ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਪ੍ਰਾਈਮ ਟਾਈਮ ਸ਼ੋਅ ਦਾ ਪਹਿਲਾ ਹਿੱਸਾ ਲੈ ਕੇ। ਮੈਂ ਟੋਰਾਂਟੋ ਸਟੂਡੀਓ ਤੋਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਨੇ ਪ੍ਰੋਫੈਸਰ ਜਗੀਰ ਸਿੰਘ ਕਾਲੋਂ। ਅਸੀਂ ਦੋਨੋਂ ਮਿਲ ਕੇ ਕੁਝ ਖਬਰਾਂ ਤੇ ਕਰਾਂਗੇ ਗੱਲਬਾਤ। ਅੱਜ ਦੀਆਂ ਵੱਡੀਆਂ ਖਬਰਾਂ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰੋਫੈਸਰ ਸਾਹਿਬ ਦਾ ਕਰੀਏ ਜੀ ਸਵਾਗਤ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਬਹੁਤ ਮਿਹਰਬਾਨੀ ਜੀ। ਪ੍ਰੋਫੈਸਰ ਸਾਹਿਬ, ਅਫਗਾਨਿਸਤਾਨ ਨੂੰ ਲੈ ਕੇ ਕਈ ਦਿਨਾਂ ਤੋਂ ਦੁਨੀਆ ਭਰ 'ਚ ਚਿੰਤਾ ਬਣੀ ਹੋਈ ਆ। ਇੱਕ ਪਾਸੇ ਜੋ ਬਾਈਡਨ ਜਿਹੜੇ ਨੇ ਰਾਸ਼ਟਰਪਤੀ ਸਾਹਿਬ, ਉਹਨਾਂ ਦੀ ਬਹੁਤ ਕਿਰਕਰੀ ਹੋ ਰਹੀ ਆ ਦੁਨੀਆ ਭਰ ਵਿੱਚ ਕਿ ਉਹਨਾਂ ਦਾ ਜਿਹੜਾ ਐਕਸ਼ਨ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਸੰਭਾਲਿਆ ਆ, ਇਹ ਅਮਰੀਕਾ ਦੇ ਐਡੇ ਵੱਡੇ ਤਾਕਤਵਰ ਮੁਲਕ ਦੇ ਰਾਸ਼ਟਰਪਤੀ ਕੋਲੋਂ ਐਕਸਪੈਕਟ ਨਹੀਂ ਕੀਤਾ ਜਾ ਸਕਦਾ ਕਿ ਉਹ ਇੰਨੀ ਅਣਗਹਿਲੀ ਭਰੇ ਫੈਸਲੇ ਲੈਣ, ਜਦੋਂ ਕਿ ਦੁਨੀਆ ਭਰ 'ਚ ਇਹ ਮੰਨਿਆ ਜਾਂਦਾ ਹੈ ਕਿ ਦੁਨੀਆ ਦੇ ਤਾਕਤਵਰ ਮੁਲਕ ਕੋਲ ਸਭ ਤੋਂ ਵਧੀਆ ਉਹਨਾਂ ਦੀ ਆਰਮੀ, ਸਭ ਤੋਂ ਵਧੀਆ ਹਥਿਆਰ, ਸਭ ਤੋਂ ਵਧੀਆ ਉਹਨਾਂ ਕੋਲ ਖੁਫੀਆ ਤੰਤਰ, ਤੇ ਉਹ ਅੰਦਾਜ਼ਾ ਹੀ ਨਹੀਂ ਲਾ ਪਾਏ ਕਿ ਜਿਹੜੇ ਅਫਗਾਨ ਤਾਲਿਬਾਨ ਨੇ ਉਹ 3-4 ਦਿਨਾਂ 'ਚ 8 ਦਿਨਾਂ ਦੇ ਵਿੱਚ ਹੀ ਸਾਰਾ ਅਫਗਾਨਿਸਤਾਨ ਆਪਣੇ ਕਬਜ਼ੇ 'ਚ ਕਰ ਲੈਣਗੇ, ਉਹ ਵੀ ਬਿਨਾਂ ਗੋਲੀ ਚਲਾਏ। ਔਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਉਹਨਾਂ ਨੇ ਜਿਹੜੀ ਜਿਸ ਕਾਹਲੀ 'ਚ ਫੌਜਾਂ ਨੂੰ ਬੁਲਾਇਆ, ਜੇ ਉਹ ਫੌਜਾਂ ਉੱਥੇ ਹੁੰਦੀਆਂ ਤੇ ਘੱਟੋ ਘੱਟ ਜਿਹੜੇ ਸਿਵਲੀਅਨ ਜਿਹੜੇ ਆ ਉਹ ਹੁਣ ਦੁੱਖ ਵਿੱਚ ਸੀਗੇ, ਤਕਲੀਫ ਵਿੱਚ ਸੀਗੇ, ਉਹਨਾਂ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ, ਖਾਸ ਕਰਕੇ ਅਮਰੀਕਾ ਜਾਂ ਹੋਰ ਯੂਰਪੀ ਮੁਲਕਾਂ ਦੇ ਜਿਹੜੇ ਲੋਕ ਲੰਬੇ ਸਮੇਂ ਤੋਂ ਅਮਰੀਕਾ ਦੇ ਨਾਲ ਕੰਮ ਕਰ ਰਹੇ ਸੀਗੇ। ਪਰ ਹੁਣ ਜਿਹੜੇ ਹਾਲਾਤ ਬਣ ਗਏ ਆ, ਏਅਰਪੋਰਟ ਤੱਕ ਪਹੁੰਚਣਾ ਮੁਸ਼ਕਲ ਹੋਇਆ ਸੀ ਤੇ ਅੱਜ ਤੇ ਹੋਰ ਵੀ ਵੱਡੀ ਘਟਨਾ ਹੋ ਗਈ। ਉੱਥੇ 2 ਬੰਬ ਬਲਾਸਟ ਹੋਏ ਨੇ ਤੇ ਕਾਫੀ 12-13 ਮੌਤਾਂ ਹੋਈਆਂ ਨੇ। ਉਹਦੇ ਬਾਰੇ ਜੇ ਸਪਸ਼ਟੀਕਰਨ ਆਉਣੇ ਬਾਕੀ ਨੇ ਕਿ ਉਹ ਬਲਾਸਟ ਹੋਏ ਤਾਲਿਬਾਨ ਨੇ ਕੀਤੇ, ਕਿੰਨੇ ਕੀਤੇ, ਕੀ ਹੋਇਆ। ਇਸ ਖਬਰ ਤੇ ਥੋੜੀ ਜਿਹੀ ਆਪਾਂ ਗੱਲਬਾਤ ਕਰ ਲਈਏ ਜੀ। ਇਹ ਵਾਕਿਆ ਗੱਲ ਠੀਕ ਆ ਜੀ ਕਿ ਜੋ ਬਾਈਡਨ ਦੀ ਇਹ ਜਿਹੜੀ ਨਲਾਇਕੀ ਆ, ਇਹਦਾ ਖਮਿਆਜਾ ਜਿਹੜਾ ਆ ਇਹ ਸਾਰੀ ਦੁਨੀਆ ਦੇ ਲੋਕਾਂ ਨੂੰ ਹੀ ਭੁਗਤਣਾ ਪੈਣਾ ਔਰ ਭੁਗਤਣਾ ਪੈ ਰਿਹਾ। ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਅਫਗਾਨਿਸਤਾਨ ਦੇ ਵਿੱਚ ਕੋਈ ਹਿਊਮਨ ਰਾਈਟਸ ਵਾਲੇ ਸੀਗੇ, ਕੋਈ ਪੱਤਰਕਾਰ ਸੀਗੇ, ਕੋਈ ਸੋਸ਼ਲ ਵਰਕਰ ਸੀਗੇ, ਔਰ ਕੋਈ ਉਹ ਲੋਕ ਸੀਗੇ ਜਿਹੜੇ ਤਾਲਿਬਾਨਾਂ ਦੇ ਖਿਲਾਫ ਸਮਝ ਲਓ ਇੱਕ ਤਰੀਕੇ ਨਾਲ ਕਿ ਜਿਹੜੇ ਇਹਨਾਂ ਨੂੰ ਕੋਈ ਸੂਹ ਦਿੰਦੇ ਸੀਗੇ ਜਾਂ ਇਹਨਾਂ ਦੇ ਦੁਭਾਸ਼ੀਏ ਸੀਗੇ, ਉਹ ਹੁਣ ਸਾਰੇ ਦੇ ਸਾਰੇ ਜਿਹੜੇ ਆ ਜੀ ਉਹ ਮੌਤ ਦੇ ਮੂੰਹ ਦੇ ਵਿੱਚ ਉਹਨਾਂ ਨੂੰ ਸੁੱਟ ਦਿੱਤਾ ਆ। ਔਰ ਇਹ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਇਹਨਾਂ ਨੂੰ ਜਿੰਨਾ ਚਿਰ ਤੱਕ ਆਪਣੇ ਜਿਹੜੇ ਉੱਥੇ ਜਿਨ੍ਹਾਂ ਦੇ ਮੈਂ ਦੱਸੇ ਆ ਕੈਟੇਗਰੀਜ਼, ਇਹ ਸਾਰਿਆਂ ਨੂੰ ਕੱਢ ਨਾ ਲੈਂਦੇ, ਉਹਨਾਂ ਚਿਰ ਇਹਨਾਂ ਨੂੰ ਇਹ ਫੌਜਾਂ ਜਿਹੜੀਆਂ ਉੱਥੋਂ ਵਾਪਸ ਨਹੀਂ ਲਿਆਉਣੀਆਂ ਚਾਹੀਦੀਆਂ ਸੀਗੀਆਂ। ਔਰ ਇਹ ਵੀ ਗੱਲ ਠੀਕ ਆ ਵੀ ਐਡਾ ਵੱਡਾ ਮੁਲਕ ਆ, ਸਾਰੀ ਦੁਨੀਆ ਦੀ ਖਬਰ ਰੱਖਦਾ, ਸਾਰੀ ਦੁਨੀਆ ਦੇ ਉੱਤੇ ਇਹਦੀ ਅੱਖ ਰਹਿੰਦੀ ਆ, ਸਾਰੀ ਦੁਨੀਆ 'ਚ ਇਹਦਾ ਜਾਲ ਵਿਛਿਆ ਆ। ਔਰ ਇਹਨੂੰ ਇਹ ਹੀ ਨਾ ਪਤਾ ਲੱਗਾ ਕਿ ਜਿੱਥੇ ਇਹਦੀਆਂ ਫੌਜਾਂ ਜਿਹੜੀਆਂ ਉਹ ਪਿਛਲੇ ਕਈਆਂ ਸਾਲਾਂ ਤੋਂ ਬੈਠੀਆਂ ਆ ਤੇ ਉੱਥੇ ਸਥਿਤੀ ਕੀ ਆ, ਕਿ ਇਹ ਅੰਦਾਜ਼ਾ ਨਾ ਲਾ ਸਕੇ ਕਿ ਇਹ ਇੰਨੀ ਛੇਤੀ ਸਾਰਾ ਕੁਝ ਵਾਪਰ ਜਾਏਗਾ। ਔਰ ਅਗਲੀ ਗੱਲ ਹੁਣ ਇਹ ਆ ਕਿ ਦੇਖੋ ਅੱਜ ਜਿਹੜਾ ਅਟੈਕ ਉੱਥੇ ਹੋਇਆ ਹੈਗਾ, ਉਹਦੇ ਵਿੱਚ 12 ਜਾਨਾਂ ਜਿਹੜੀਆਂ ਚਲੀਆਂ ਗਈਆਂ ਤੇ 15 ਜ਼ਖਮੀ ਹੋਏ ਆ। ਤੇ ਜਿਹੜੇ ਜ਼ਖਮੀ ਆ ਉਹਨਾਂ ਦਾ ਵੀ ਕੋਈ ਪਤਾ ਨਹੀਂ ਵੀ ਕਿੰਨੇ ਕੁ ਜ਼ਖਮੀ ਨੇ, ਔਰ ਮੌਤਾਂ ਦੀ ਗਿਣਤੀ ਵੱਧ ਵੀ ਸਕਦੀ ਆ। ਨਾ ਵੀ ਵਧੇ ਤਾਂ ਇੰਨੀ ਗਿਣਤੀ ਕਿਹੜੀ ਥੋੜੀ ਆ ਜੀ, ਮਤਲਬ ਕਿ 12 ਬੰਦੇ ਜਿਹੜੇ ਆ ਉਹ ਅਚਾਨਕ ਉਹ ਖਤਮ ਹੋ ਜਾਣ। ਤੇ ਉਹਦੇ ਲਈ ਗਿੱਲ ਸਾਹਿਬ, ਜਿਹੜੀ ਇਸਲਾਮਿਕ ਸਟੇਟ ਆ ISIS, ਉਹਨਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਬਈ ਇਹ ਜਿਹੜਾ ਹਮਲਾ ਆ ਇਹ ਅਸੀਂ ਕੀਤਾ ਆ। ਇਹ ਹੁਣ ਕਨਫਰਮ ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾ, ਪਰ ਉਹ ਦਾਅਵਾ ਕਰ ਰਹੇ ਆ। ਤੇ ਹੁਣ ਉੱਥੇ ਸਥਿਤੀ ਇਹ ਬਣ ਗਈ ਆ ਭਈ ਏਅਰਪੋਰਟ ਤੱਕ ਕੋਈ ਆਏਗਾ ਤਾਂ ਉਹਨੂੰ ਤਾਂ ਹੀ ਇਹ ਲਿਆ ਸਕਣਗੇ ਨਾ। ਇਹ ਉਹਨਾਂ ਨੇ ਮਤਲਬ ਜਿਹੜਾ ਹੁਣ ਉਹਨਾਂ ਨੂੰ ਕਹਿਤਾ ਵੀ ਜਿੱਥੇ ਜਿੱਥੇ ਹੈਗੇ ਉੱਥੇ ਉੱਥੇ ਬੈਠੇ ਰਹੋ। ਤੇ ਉੱਥੇ ਹੁਣ ਉਹ ਕਿਹੜੇ ਉਹਨਾਂ ਦੇ ਉੱਥੇ ਮਤਲਬ ਸੇਫਟੀ ਹੈਗੀ ਆ, ਕੋਈ ਸਿਕਿਉਰਿਟੀ ਆ, ਉੱਥੇ ਕਿੱਥੇ ਬੈਠੇ ਰਹਿਣਗੇ ਉਹ। ਹੁਣ ਜਦੋਂ ਤਾਲਿਬਾਨਾਂ ਦਾ ਰਾਜ ਆ ਗਿਆ ਔਰ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਸ਼ਰੀਅਤ ਆ ਉਹ ਲਾਗੂ ਕਰਨੀ ਸ਼ੁਰੂ ਕਰ ਦਿੱਤੀ ਆ, ਸੋ ਇਸ ਤਰੀਕੇ ਨਾਲ ਉਹਨਾਂ ਨੂੰ ਬਿਲਕੁਲ ਬੇਵੱਸ ਛੱਡ ਕੇ ਉੱਥੇ, ਤੇ ਇਸ ਤਰੀਕੇ ਨਾਲ ਉਹਨਾਂ ਨੂੰ ਸਮਝੋ ਵੀ ਮੌਤ ਦੇ ਮੂੰਹ ਵਿੱਚ ਪਾ ਕੇ, ਤੇ ਇਹ ਇਹਨਾਂ ਨੇ ਕੋਈ ਨਾਮਣਾ ਨੀਗਾ ਖੱਟਿਆ। ਜਿਹੜੀ ਅੱਜ ਜੋ ਬਾਈਡਨ ਦੀ ਪ੍ਰੈਸ ਕਾਨਫਰੰਸ ਸੀਗੀ ਉਹਦੇ ਵਿੱਚ ਉਹ ਇਹ ਕਹਿੰਦੇ ਆ ਵੀ ਜੋ ਸਾਡਾ ਨੁਕਸਾਨ ਹੋਇਆ
ਉਹਦਾ ਅਸੀਂ ਇੱਕ ਇੱਕ ਦਾ ਹਿਸਾਬ ਲਵਾਂਗੇ। ਹਿਸਾਬ ਤਾਂ ਤੁਸੀਂ ਪਤਾ ਨਹੀਂ ਕਦੋਂ ਲਓਗੇ, ਪਰ ਸਵਾਲ ਇਹ ਆ ਵੀ ਜਿਹੜੇ ਚਲੇ ਗਏ, ਜਿੱਦਾਂ ਸੁਰਜੀਤ ਪਾਤਰ ਕਹਿੰਦਾ ਵੀ ਜੋ ਫਾਂਸੀ ਤੇ ਚੜੇ ਨੇ ਸਲੀਬਾਂ ਤੇ ਲੱਥਣੇ ਟੰਗੇ ਨੇ ਨਹੀਂ। ਲੱਥਣੇ ਨਹੀਂ, ਹਾਂ, ਜੋ ਰਾਜ ਸਲੀਬਾਂ ਤੇ ਬਦਲ ਟੰਗੇ ਨੇ ਰਾਜ ਲੱਥਣੇ ਬਦਲਣਗੇ, ਨਹੀਂ, ਰਾਜ ਸੂਰਜ ਚੜ੍ਹਨ। ਬਦਲਣਗੇ, ਸੂਰਜ ਚੜ੍ਹ ਲੈਣਗੇ। ਜੀ ਜੀ। ਜਿਹੜੇ ਸਲੀਬਾਂ ਤੇ ਟੰਗੇ ਗਏ ਆ, ਜਿਹੜੇ ਚਲੇ ਗਏ ਆ, ਉਹਨਾਂ ਦਾ ਕੌਣ ਵਿਚਾਰਾ? ਸੋ ਇਸ ਕਰਕੇ ਇਹ ਸਥਿਤੀ ਜਿਹੜੀ ਆ, ਇਹ ਜੋ ਬਾਈਡਨ ਦੀ ਨੀਤੀ ਕਹਿ ਲਓ, ਕੂਟਨੀਤੀ ਕਹਿ ਲਓ, ਕੁਛ ਵੀ ਆ, ਉਹਦੀ ਬਹੁਤ ਕਮਜ਼ੋਰੀ ਆ। ਔਰ ਨਾਲ ਦੀ ਨਾਲ ਦੇਖੋ, ਕੈਨੇਡਾ ਨੇ ਆਪਣਾ ਮਿਸ਼ਨ ਜਿਹੜਾ ਉਹ ਸਮਾਪਤ ਕਰਤਾ ਹੈਗਾ ਜੀ। ਤੇ ਹੁਣ ਅਸੀਂ ਕੋਈ ਐਵੋਕੇਸ਼ਨ ਇੱਥੋਂ ਜਿਹੜੇ ਬੰਦੇ ਆ ਉਹ ਨਹੀਂ ਕੱਢਣੇ। ਤੇ ਇਹਨਾਂ ਦਾ ਵੀ ਤੁਸੀਂ ਦੇਖੋ, ਮੈਂ ਸਮਝਣਾ ਵੀ ਗੈਰ ਜ਼ਿੰਮੇਵਾਰੀ ਵਾਲੀ ਗੱਲ ਆ। ਜਿਹੜੇ ਲੋਕੀ ਕੈਨੇਡੀਅਨ ਫੋਰਸ ਦਾ ਜਾਂ ਜਿਹੜੀਆਂ ਸਾਂਝੀਆਂ ਸੀਗੀਆਂ ਫੌਜਾਂ, ਉਹਨਾਂ ਦਾ ਸਾਥ ਦਿੰਦੇ ਰਹੇ ਆ, ਉਹਨਾਂ ਨੂੰ ਬਚਾਉਣਾ, ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਹੁਣ ਆਪਣਾ ਕੈਨੇਡਾ ਦਾ ਫਰਜ਼ ਬਣਦਾ ਸੀਗਾ। ਤੇ ਇਹਨਾਂ ਨੇ ਇਹ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਇੱਕ ਤਰੀਕੇ ਨਾਲ ਛੱਡ ਦਿੱਤੀ ਆ। ਤੇ ਹੁਣ ਅਪੀਲਾਂ ਕਰਾਉਂਦੇ ਹੈਗੇ ਆ ਤਾਲਿਬਾਨਾਂ ਨੂੰ। ਤੁਹਾਨੂੰ ਯਾਦ ਹੋਣਾ ਕਿ ਜਿਹੜੀ ਆਪਣੀ ਕੇਂਦਰ 'ਚ ਇੱਕ ਮੰਤਰੀ ਆ, ਉਹਦੇ ਕੋਲੋਂ ਅਪੀਲ ਕਰਾਈ ਵੀ ਜਿਹੜੇ ਅਫਗਾਨ ਬ੍ਰਦਰ ਆ ਉਹ ਰਹਿਮ ਕਰਨ, ਫਲਾਣਾ ਕਰਨ। ਸੋ ਇਸ ਤਰੀਕੇ ਨਾਲ ਜੀ ਅਫਗਾਨਿਸਤਾਨ ਦੀ ਜਿਹੜੀ ਸਥਿਤੀ ਆ ਉਹ ਤਾਂ ਮਾੜੀ ਹੈ ਹੀ ਹੈ। ਉਹਦੇ ਨਾਲ ਨਾਲ ਅਮਰੀਕਾ ਦੀ ਖਾਸ ਕਰਕੇ ਜੋ ਬਾਈਡਨ ਪ੍ਰੈਜ਼ੀਡੈਂਟ ਦੀ ਜਿਹੜੀ ਨੀਤੀ ਆ ਉਹ ਫੇਲ ਹੋਈ ਆ, ਔਰ ਬੜੀ ਉਹਦੀ ਸਮਝ ਲਓ ਵੀ ਕਿਰਕਰੀ ਹੋਈ ਹੈਗੀ ਆ। ਤੇ ਨਾਲ ਦੀ ਨਾਲ ਜਿਹੜੇ ਉੱਥੇ ਮੌਤ ਦੇ ਮੂੰਹ ਵਿੱਚ ਧੱਕ ਦਿੱਤੇ ਗਏ ਨੇ, ਜਿਹੜੇ ਉੱਥੇ ਰਹਿ ਰਹੇ ਆ, ਉਹਨਾਂ ਦਾ ਅਜੇ ਕੀ ਬਣਨਾ ਕੁਛ ਕਿਹਾ ਨਹੀਂ ਜਾ ਸਕਦਾ ਜੀ। ਬਿਲਕੁਲ। ਵੈਸੇ ਪ੍ਰੋਫੈਸਰ ਸਾਹਿਬ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਪ੍ਰੋਗਰਾਮਾਂ 'ਚ, ਕਹਿੰਦੇ ਹੁੰਦੇ ਆ ਕਿ ਅਮਰੀਕਾ ਦਾ ਬਿਨਾਂ ਲੜਾਈ ਤੋਂ ਸਰਦਾ ਨਹੀਂ, ਕਿਉਂਕਿ ਉਹਦੀ ਜਿਵੇਂ ਪਿੰਡਾਂ 'ਚ ਨਹੀਂ ਹੁੰਦੇ ਜੀ ਤਾਕਤਵਰ ਲੋਕ ਹੈ, ਜੇ ਉਹ ਆਪਣਾ ਘਸੁੰਨਮੁਖੀ ਕਿਸੇ ਨੂੰ ਨਾ ਕਰਦੇ ਰਹਿਣ ਹਫ਼ਤੇ 10 ਦਿਨੀ, ਤੇ ਉਹਨਾਂ ਦੀ ਤਾਕਤ ਜਿਹੜੀ ਆ ਉਹ ਨਜ਼ਰੀ ਪੈਣੀ ਹਟ ਜਾਂਦੀ ਆ। ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੇ ਰਹਿੰਦੇ ਆ। ਤੇ ਇਹੋ ਹੀ ਹਾਲ ਕੁਝ ਕੁ ਜਿਹੜੇ ਲੀਡਰ ਹੁੰਦੇ ਉਹਨਾਂ ਦਾ ਹੁੰਦਾ ਕਿ ਉਹਨਾਂ ਨੂੰ ਜੇ ਉਹਨਾਂ ਦੀ ਖਬਰ ਨਾ ਬਣੇ ਕੋਈ, ਤੇ ਉਹਨਾਂ ਨੂੰ ਖਬਰ ਬਣਾਉਣੀ ਪੈਂਦੀ ਆ। ਇਸੇ ਤਰ੍ਹਾਂ ਹੀ ਅਮਰੀਕਾ ਨੂੰ ਆਪਣੀ ਥਾਣੇਦਾਰੀ ਕਾਇਮ ਰੱਖਣ ਲਈ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਆ ਉਹ ਕਾਰਵਾਈ ਕਰਦੇ ਰਹਿਣਾ ਪੈਂਦਾ। ਉਹ ਕਹਿੰਦੇ ਨੇ ਕਿ ਉਹਦਾ ਦੁਸ਼ਮਣੀ ਬਿਨਾਂ ਨਹੀਂ ਸਰਦਾ। ਤੇ ਜਿਹੜੇ ਫਿਰ ਉਸ ਦੁਸ਼ਮਣੀ ਨੂੰ ਦੇ ਵਿੱਚ ਉਹਦੇ ਦੋਸਤ ਬਣ ਕੇ ਉਹਦੇ ਨਾਲ ਖੜੇ ਹੁੰਦੇ ਆ, ਦੁਸ਼ਮਣ ਨੇ ਤੇ ਮਰਨਾ ਹੁੰਦਾ ਹੀ ਆ, ਜਿਹੜੇ ਦੋਸਤ ਆ ਉਹ ਪੂਰੇ ਤਬਾਹ ਹੋ ਜਾਂਦੇ ਆ। ਤੇ ਇਹ ਗੱਲ ਵਾਕਈ ਸਾਬਤ ਹੋ ਗਈ ਆ, ਇੱਕ ਵਾਰ ਨਹੀਂ ਹੋਇਆ, ਅਨੇਕਾਂ ਵਾਰ ਹੋਇਆ ਕਿ ਅਮਰੀਕਾ ਮਤਲਬ ਬਲਦੀ ਦੇ ਬੁੱਥੇ ਦੇ ਕੇ ਲੋਕਾਂ ਨੂੰ ਤੇ ਆਪ escape ਕਰ ਜਾਂਦਾ, ਤੇ ਜਿਹੜੇ ਇਹਦੇ ਦੋਸਤ ਹੁੰਦੇ ਆ ਉਹ ਪੂਰੀ ਤਰ੍ਹਾਂ ਤਬਾਹ ਹੋ ਜਾਂਦੇ ਆ। ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਜਿਹੜੇ ਇਹਨਾਂ ਨਾਲ ਖੜੇ ਰਹੇ, ਇਹਨਾਂ ਦਾ ਤੰਤਰ ਦਾ ਹਿੱਸਾ ਰਹੇ, ਉਹਨਾਂ ਲੋਕਾਂ ਦਾ ਅੱਜ ਉੱਥੇ ਕੌਣ ਜਿਹੜਾ ਵਾ ਉਹ ਬਾਂਹ ਫੜਨ ਵਾਲਾ ਬਾਕੀ ਬਚਿਆ ਜੀ। ਹਾਲਾਤ ਇੰਨੇ ਬੱਤਰ ਹੋ ਗਏ ਨੇ। ਇਹ ਤਾਂ ਇਹਨਾਂ ਦੀ ਜਿਹੜੀ ਨੀਤੀ ਆ ਜੀ, ਉਹ ਤਾਂ ਜਿੱਦਾਂ ਪੰਜਾਬੀ ਦਾ ਮੁਹਾਵਰਾ ਨਾ ਵੀ ਪਿੰਡ ਨੂੰ ਅੱਗ ਲਾਈ ਤੇ ਡੱਬੂ ਕੰਧ ਤੇ, ਇਹ ਅੱਗ ਲਾ ਕੇ ਤੇ ਮੁੜ ਕੇ ਆਪ ਜਿਹੜੇ ਆ ਉਹ ਉਹਨਾਂ ਨੂੰ ਮੌਤ ਦੇ ਮੂੰਹ ਵਿੱਚ ਪਾ ਕੇ ਤੇ ਆਪ ਉੱਥੋਂ ਨੱਠ ਪੈਂਦੇ ਆ। ਹੁਣ ਵਾਲੀ ਜਿਹੜੀ ਹੈ ਜੀ, ਇਹ ਮੇਰਾ ਖਿਆਲ ਸਾਰੀ ਦੁਨੀਆ ਦੇ ਵਿੱਚ ਇਹ ਬਿਲਕੁਲ ਇਹੀ ਮੈਸੇਜ ਗਿਆ ਹੈਗਾ ਕਿ ਇਹ ਅਮਰੀਕਨ ਪ੍ਰੈਜ਼ੀਡੈਂਟ ਦੀ ਜੋ ਬਾਈਡਨ ਦੀ ਜਿਹੜੀ ਆ ਉਹ ਬੜੀ ਕਮਜ਼ੋਰੀ ਔਰ ਬੜੀ ਬੇਹੂਦਾ ਨੀਤੀ ਆਪਾਂ ਕਹਿ ਸਕਦੇ ਹਾਂ। ਕਿ ਪਹਿਲੀ ਗੱਲ ਤਾਂ ਉਹਨਾਂ ਨੂੰ ਪਤਾ ਹੀ ਨਹੀਂ, ਜੇ ਪਤਾ ਲੱਗਾ ਆ ਤਾਂ ਫਿਰ ਉਹਨਾਂ ਨੂੰ ਚਾਹੀਦਾ ਇਹ ਆ ਕਿ ਉਹ ਵੇਲੇ ਸਿਰ ਉਹਨਾਂ ਲੋਕਾਂ ਨੂੰ ਉੱਥੋਂ ਕੱਢਣ ਦਾ ਪ੍ਰਬੰਧ ਕਰਨ ਜਿਹੜੇ ਉਹਨਾਂ ਦੀ ਇਮਦਾਦ ਕਰਦੇ ਰਹੇ ਆ। ਔਰ ਹੁਣ ਇਸ ਵੇਲੇ ਇੱਥੇ ਬੈਠਿਆਂ ਸਾਨੂੰ ਮਹਿਸੂਸ ਹੋਵੇ ਜਾਂ ਨਾ ਹੋਵੇ, ਜਿਹੜਾ ਵੀ ਸੰਵੇਦਨਸ਼ੀਲ ਬੰਦਾ ਆ, ਹਸਾਸ ਵਿਅਕਤੀ ਹੈਗਾ, ਉਹਨੂੰ ਇਹ ਜਾਣਕਾਰੀ ਆ ਕਿ ਜਦੋਂ ਉਹ ਤਾਲਿਬਾਨ ਆਲੇ ਦੁਆਲੇ ਚੜ੍ਹੇ ਆ ਤੇ ਉਹਨਾਂ ਦਾ ਉੱਥੇ ਕੌਣ ਵਿਚਾਰਾ ਆ, ਉਹਨਾਂ ਦੀ ਰਾਖੀ ਲਈ ਉੱਥੇ ਕੌਣ ਆ, ਉਹਨਾਂ ਦਾ ਉਹ ਤਾਂ ਹੁਣ ਉਹਨਾਂ ਦੇ ਰਹਿਮੋ ਕਰਮ ਤੇ ਹੀ ਆ ਨਾ, ਜਿਹਦੀ ਕਿ ਰਹਿਮੋ ਕਰਮ ਦੀ ਤਾਂ ਕੋਈ ਪਾਲਿਸੀ ਨਹੀਂ ਹੁੰਦੀ ਨਾ। ਰਹਿਮੋ ਕਰਮ ਤੇ ਤਾਂ ਧੌਣ ਅੱਗੇ ਕਰਨ ਵਾਲੀ ਹੁੰਦੀ ਆ ਵੀ ਭਾਈ ਆ ਲਓ ਤੁਸੀਂ ਸਾਡਾ ਜਿਹੜਾ ਸਿਰ ਆ ਉਹ ਲਾ ਲਓ। ਸੋ ਇਸ ਤਰੀਕੇ ਨਾਲ ਜੀ ਇਹ ਜਿਹੜੀ ਕਾਰਕਰਦਗੀ ਰਹੀ ਆ ਜੋ ਬਾਈਡਨ ਸਾਹਿਬ ਦੀ, ਉਹ ਬਹੁਤ ਹੀ ਯਾਨੀ ਇਹਨੂੰ ਆਪਾਂ ਹੁਣ ਇਹ ਵੀ ਕਹਿ ਸਕਦੇ ਹਾਂ ਕਿ ਬਹੁਤ ਕਮਜ਼ੋਰ
ਔਰ ਨੁਕਸਾਨਦੇਹ ਰਹੀ ਹੈਗੀ ਆ। ਜੀ, ਜਿਹੜੇ ਪੈਂਟਾਗਨ ਦੇ ਹੈਗੇ ਨੇ ਜੀ ਸਪੋਕਸਪਰਸਨ ਜੌਨ ਕਿਰਬੀ ਰੀ, ਉਹਨਾਂ ਨੇ ਕਿਹਾ ਹੈ ਕਿ ਉਹਦੇ ਵਿੱਚ ਘੱਟੋ ਘੱਟ 3 ਅਮਰੀਕਨ ਸਰਵਿਸਿਜ਼ ਦੇ ਲੋਕ ਵੀ ਮਾਰੇ ਗਏ ਨੇ ਜਿਹੜਾ ਇਹ ਧਮਾਕੇ ਹੋਏ। ਉਹਨਾਂ ਨੇ ਕਿਹਾ ਕਿ ਅਸੀਂ ਅਜੇ ਦੇਖ ਰਹੇ ਹਾਂ ਕਿ ਇਹ ਧਮਾਕੇ ਆਤਮਘਾਤੀ ਬੰਬ ਧਮਾਕੇ ਸੀ ਜਾਂ ਕਿਸੇ ਹੋਰ ਤਰੀਕੇ ਨਾਲ ਇਹ ਧਮਾਕੇ ਕੀਤੇ ਗਏ, ਇਹਨਾਂ ਨੂੰ ਅਜੇ ਵੀ ਨਹੀਂ ਪਤਾ ਲੱਗ ਸਕਿਆ। ਔਰ ਤੁਸੀਂ CNN ਦੇ ਹਵਾਲੇ ਨਾਲ ਮੇਰੇ ਨਾਲ ਆਫ ਦੀ ਏਅਰ ਗੱਲ ਕਰ ਰਹੇ ਸੀ ਕਿ ਸ਼ਾਇਦ ਜਿਹੜੇ ਅਮਰੀਕਨ ਅਥਾਰਟੀਜ਼ ਨੇ ਉਹਨਾਂ ਨੂੰ ਸ਼ੱਕ ਹੈ ਕਿ ਇਹ ਜਿਹੜੇ ਧਮਾਕੇ ਆ ਇਹ ਤਾਲਿਬਾਨ ਨੇ ਨਹੀਂ ਸਗੋਂ ਇਸਲਾਮਿਕ ਸਟੇਟ ਵਾਲਿਆਂ ਵੀ ਕੀਤੇ ਹੋ ਸਕਦੇ ਆ। ਇਹ ਇਸਲਾਮਿਕ ਸਟੇਟ ਵਾਲੇ ਕਲੇਮ ਕਰਦੇ ਆ ਜੀ। ਹਾਂਜੀ, ਇਹ ਖਬਰ ਇਹ ਆਉਂਦੀ ਆ ਕਿ ਇਸਲਾਮਿਕ ਸਟੇਟ ਵਾਲੇ ਜਿਹੜੇ ਆ ਉਹ ਦਾਅਵਾ ਕਰਦੇ ਆ ਵੀ ਇਹ ਸਾਡੀ ਕਾਰਵਾਈ ਆ। ਇਹ ਜਿਹੜੇ ਅਟੈਕ ਕੀਤੇ ਆ, ਹਮਲਾ ਕੀਤਾ ਜਿਹੜਾ, ਇਹ ਆਪਣੇ ਇਸਲਾਮਿਕ ਸਟੇਟ ਨੇ ਕੀਤਾ ਆ। ਸੋ ਇਹ ਅਜੇ ਸਿਰਫ CNN ਨੇ ਖਬਰ ਦਿੱਤੀ ਹੈਗੀ ਆ, ਜਾਂ ਮਤਲਬ ਇਹ ਅਜੇ ਪੱਕਾ ਇਹਦਾ ਪਤਾ ਲੱਗਦਿਆਂ ਬਹੁਤਾ ਵਕਤ ਨਹੀਂ ਲੱਗਣਾ, ਕਿਉਂਕਿ ਦੁਨੀਆ ਭਰ ਦੇ ਜਿਹੜੇ ਚੈਨਲਸ ਹੈਗੇ ਆ ਉਹ ਕੋਈ ਨਾ ਕੋਈ ਖਬਰ ਕੱਢ ਲੈਂਦੇ ਆ। ਪਰ ਇਹ ਦਾਅਵਾ ਕੀਤਾ ਜਾ ਰਿਹਾ ਹੈਗਾ ਇਸਲਾਮਿਕ ਸਟੇਟ ਵੱਲੋਂ ਕਿ ਇਹ ਹਮਲੇ ਜਿਹੜੇ ਆ ਅਸੀਂ ਕੀਤੇ ਆ। ਸੋ ਇਹਦੇ ਵਿੱਚ ਅਜੇ ਇਹ ਕਲੈਰਿਟੀ ਨਹੀਂ ਹੋਈ ਔਰ ਤਾਲਿਬਾਨ ਦਾ ਇਹਦੇ 'ਚ ਕੀ ਰੋਲ ਹੈਗਾ ਤੇ ਇਸਲਾਮਿਕ ਸਟੇਟ ਦਾ ਕੀ ਰੋਲ ਹੈਗਾ। ਪਰ ਸਵਾਲ ਤਾਂ ਇਹ ਆ ਵੀ ਬੰਦੇ ਤਾਂ ਮਰੇ ਨਾ ਜੀ, ਬੰਦੇ ਤਾਂ ਜਿਹੜੇ ਉੱਥੇ ਅਮਰੀਕਾ ਪੱਖੀ ਸੀਗੇ ਜਾਂ ਅਮਰੀਕਨ ਸੀਗੇ ਉਹੀ ਮਰੇ ਆ ਨਾ। ਤੇ ਇਸ ਕਰਕੇ ਇਹ ਕਮਜ਼ੋਰੀ ਜਿਹੜੀ ਆ, ਇਹਦਾ ਜਿਹੜਾ ਡਿਸਕ੍ਰੈਡਿਟ ਹੈਗਾ, ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਤਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਜਾਂਦੀ ਆ। ਜੀ, ਵੈਸੇ ਜਿਹੜੇ ਬਾਕੀ ਯੂਰਪੀਅਨ ਕੰਟਰੀ ਨੇ, ਫਰਾਂਸ ਨੇ ਵੀ ਆਪਣਾ ਜਿਹੜਾ ਇਕੁਏਸ਼ਨ ਦਾ ਪ੍ਰੋਗਰਾਮ ਸੀ ਉਹ ਰੱਦ ਕਰ ਦਿੱਤਾ, ਜਰਮਨੀ ਨੇ ਵੀ ਕੀਤਾ ਹੋਇਆ। ਤੇ ਜਰਮਨੀ ਦੀ ਜਿਹੜੀ ਚਾਂਸਲਰ ਆ ਆਪਣੇ ਮਾਰਕਲ ਨੇ, ਉਹਨਾਂ ਨੇ ਕਿਹਾ ਹੈ ਕਿ ਅਸੀਂ ਤਾਲਿਬਾਨ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ, ਪਰ ਇਹ ਜਿਹੜੀ ਗੱਲਬਾਤ ਹੈ ਉਹ ਸਾਡੀਆਂ ਸ਼ਰਤਾਂ ਦੇ ਉੱਤੇ ਹੋਏਗੀ, ਬਿਨਾਂ ਸ਼ਰਤ ਅਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕਰ ਸਕਦੇ। ਇਸ ਵੇਲੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਯੂਰਪੀਅਨ ਮੁਲਕ ਜਾਂ ਕੋਈ ਦੁਨੀਆ ਦਾ ਹੋਰ ਮੁਲਕ ਉਹਨਾਂ ਨੂੰ ਕੋਈ ਆਪਣੀਆਂ ਸ਼ਰਤਾਂ ਮਨਾਉਣ ਦੀ ਸਥਿਤੀ ਵਿੱਚ ਹੋਏਗਾ, ਕਿਉਂਕਿ ਜਿੱਦਾਂ ਇੱਕ ਤਰਫਾ ਉੱਥੇ ਉਹਨਾਂ ਨੇ ਹੁੰਜਾ ਫੇਰੂ ਜਿੱਤ ਕੀਤੀ ਆ, ਉਹ ਤੇ ਜੇ ਕੋਈ ਇਲੈਕਸ਼ਨ 'ਚ ਜਿੱਤਦੇ ਤੇ ਉਹ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ, ਉਹਦੇ ਬੰਦੂਕ ਦੇ ਜ਼ੋਰ ਨਾਲ ਜਿੱਤੇ ਆ ਤੇ ਉਹਨਾਂ ਕਿਹਦੀ ਗੱਲ ਸੁਣਨੀ ਹੈ ਜੀ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਜਿਹੜੇ ਬੰਦੂਕ ਦੇ ਜ਼ੋਰ ਨਾਲ ਆਏ ਹੈਗੇ ਆ, ਅਜੇ ਉਹਨਾਂ ਨੇ ਕੋਈ ਫਾਰਮਲ ਗਵਰਨਮੈਂਟ ਵੀ ਜਿਹੜੀ ਆ ਉਹ ਸਥਾਪਿਤ ਨਹੀਂ ਕੀਤੀ ਉਸ ਤਰੀਕੇ ਨਾਲ ਕਿ ਜਿਹੜੇ ਦੂਜੇ ਦੇਸ਼ਾਂ ਨਾਲ ਗੱਲਬਾਤ ਕਰਨ ਲਈ ਉਹਨਾਂ ਦੇ ਨੁਮਾਇੰਦੇ ਹੋਣ। ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਬੰਦੂਕ ਦੇ ਜ਼ੋਰ ਨਾਲ ਆਏ ਆ ਉਹ ਕਿਸੇ ਦੀਆਂ ਸ਼ਰਤਾਂ ਕਿਉਂ ਮੰਨਣਗੇ। ਉਹ ਤਾਂ ਗੱਲਬਾਤ ਲਈ ਵੀ ਮੇਰਾ ਨਹੀਂ ਖਿਆਲ ਕੋਈ ਵੀ ਤਿਆਰ ਹੋਣ ਕਿ ਉਹਨਾਂ ਨੂੰ ਕਿਹਾ ਜਾਏ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ। ਤਾਂ ਗੱਲਬਾਤ ਤਾਂ ਇਸੇ ਗੱਲ ਤੇ ਹੋਣੀ ਆ ਨਾ ਕਿ ਆਪਣੇ ਜਿਹੜੇ ਫਸੇ ਹੋਏ ਲੋਕ ਆ ਉਹ ਉੱਥੋਂ ਕੱਢਣੇ ਆ, ਤੇ ਉਹ ਤੇ ਹੁਣ ਉਹਨਾਂ ਦੀ ਮਰਜ਼ੀ ਤੇ ਆ, ਉਹਨਾਂ ਦੇ ਰਹਿਮੋ ਕਰਮ ਤੇ ਹੀ ਆ। ਸੋ ਇਸ ਕਰਕੇ ਜੀ ਉਹ ਜਰਮਨ ਚਾਂਸਲਰ ਦੀ ਜਿਹੜੀ ਗੱਲ ਹੈਗੀ ਆ ਉਹਦੀ ਪੂਰੀ ਹੋਣ ਦੀ ਉਮੀਦ ਨਜ਼ਰ ਨਹੀਂ ਆਉਂਦੀ। ਜਿਹੜਾ ਆਪਾਂ ਨੂੰ ਕਾਲਮ ਸਾਹਿਬ ਪਤਾ ਹੈ ਕਿ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਸੀ ਕਾਬਲ ਵਾਲਾ, ਉਹ ਪਹਿਲਾਂ ਤੁਰਕੀ ਉਹਨੂੰ ਰਨ ਕਰਦਾ ਸੀਗਾ ਜਦੋਂ ਸਾਰਾ ਕੁਝ ਹਾਲਾਤ ਠੀਕ ਸੀਗੇ, ਜਦੋਂ ਉੱਥੇ ਜਿਹੜੀ ਸਰਕਾਰ ਸੀਗੀ ਪਹਿਲੀ, ਤੇ ਉਹ ਤੁਰਕੀ ਜਿਹੜਾ ਉਹਨੂੰ ਉਹਦੇ ਕੋਲ ਕੰਟਰੋਲ ਸੀਗਾ ਸਾਰਾ, ਔਰ ਉਹਨੇ ਹੀ ਉੱਥੇ ਇੰਫਰਾਸਟ੍ਰਕਚਰ ਜਿਹੜਾ ਡਿਵੈਲਪ ਕੀਤਾ ਸੀਗਾ। ਪਰ ਤੁਰਕੀ ਇੱਕ ਮੁਸਲਿਮ ਮੁਲਕ ਹੋਣ ਦੇ ਬਾਵਜੂਦ ਵੀ ਅਫਗਾਨਿਸਤਾਨ ਦੇ ਜਿਹੜੇ ਹੋਣ ਵਾਲੇ ਤਾਲਿਬਾਨ ਹੈ, ਹਾਲਾਂਕਿ ਪਿਛਲੀ ਵਾਰ ਉਹਨਾਂ ਨੇ ਉਹ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਵਾਲਾ ਸੀਗਾ ਤੁਰਕੀ ਵੀ, ਤੁਰਕੀ, ਪਾਕਿਸਤਾਨ ਤੇ ਸਾਊਦੀ ਅਰੇਬੀਆ, ਤਿੰਨ ਹੀ ਮੁਲਕ ਸੀ ਜਿਨ੍ਹਾਂ ਨੇ ਉਹਨਾਂ ਨੂੰ ਮਾਨਤਾ ਦਿੱਤੀ ਸੀ, ਬਾਕੀ ਦੁਨੀਆ ਨੇ ਨਹੀਂ ਸੀ ਮੰਨਿਆ। ਪਰ ਤੁਰਕੀ ਵਾਲੇ ਵੀ ਇਸ ਵਾਰ ਪਰੇਸ਼ਾਨ ਨੇ। ਉਹ ਕਹਿੰਦੇ ਕਿ ਇਹ ਤਾਲਿਬਾਨ ਦਾ ਰਵੱਈਆ ਜਿਹੜਾ ਆ ਉਹ ਬਿਲਕੁਲ ਹੀ ਗੈਰ ਜਮਹੂਰੀ ਤੇ ਗੈਰ ਮਤਲਬ ਅਖਲਾਕੀ ਹੈ, ਜਿਸ ਤਰੀਕੇ ਨਾਲ ਉਹ ਕਰ ਰਹੇ ਆ। ਉਹ ਵੀ ਪਰੇਸ਼ਾਨ ਨੇ ਆ। ਹੁਣ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਪਾਕਿਸਤਾਨ ਵਾਲੇ ਬੜੇ ਖੁਸ਼ ਸੀਗੇ ਉਹ ਵੀ ਇਸ ਵੇਲੇ ਤਾਲਿਬਾਨ ਕੋਲੋਂ ਘਬਰਾਏ ਹੋਏ ਆ। ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜੀ ਵਬਾ ਆ, ਜਿਹੜੀ ਬਿਮਾਰੀ ਆ, ਉਹ ਸਾਡੇ ਘਰ ਵੀ ਆ ਸਕਦੀ ਆ। ਤੇ ਇੱਥੋਂ ਤੱਕ ਕਿ ਤਾਲਿਬਾਨ ਦੀ ਇੱਕ ਸਟੇਟਮੈਂਟ ਵੀ ਆਈ ਆ, ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਸਾਡਾ ਦੂਜਾ ਘਰ ਆ, ਕਿਉਂਕਿ ਜੰਮੇ ਹੀ ਉੱਥੇ ਸੀ ਨਾ ਉਹ, ਤੇ ਹੁਣ ਵੀ ਉਹਨਾਂ ਦਾ ਧਿਆਨ ਹੈ ਕਿ ਪਾਕਿਸਤਾਨ ਦਾ ਕੁਝ ਇੱਕ ਏਰੀਆ, ਤੁਹਾਨੂੰ ਪਤਾ ਪਖਤੂਨਿਸਤਾਨ ਵਾਲਾ ਏਰੀਆ ਜਿਹੜਾ ਉੱਤੇ ਕਲੇਮ ਹੈ ਬੜੇ ਲੰਬੇ ਸਮੇਂ ਤੋਂ ਅਫਗਾਨਿਸਤਾਨ ਦਾ, ਕਿਉਂਕਿ ਅਫਗਾਨਿਸਤਾਨ 'ਚ ਇੰਨੀ ਕੋਈ ਤਾਕਤਵਰ ਸਰਕਾਰ ਜਾਂ ਮਿਲਟਰੀ ਕਦੀ ਨਹੀਂ ਰਹੀ ਕਿ ਉਹ ਪਾਕਿਸਤਾਨ ਨਾਲ ਕੋਈ ਪੰਗਾ ਲੈ ਕੇ ਉਹ ਜਗ੍ਹਾ ਖਾਲੀ ਕਰਾ ਸਕੇ। ਪਰ ਉਹ ਬਾਰਡਰ ਨੂੰ ਉਹ ਵੀ ਨਹੀਂ ਮੰਨਦੇ, ਜਿਵੇਂ ਆਪਣੀ ਅਜੇ ਉਹ ਕਸ਼ਮੀਰ ਵਾਲੀ ਲਾਈਨ ਹੈ ਨਾ ਜੀ, ਕੰਟਰੋਲ ਲਾਈਨ, ਇਦਾਂ ਦਾ ਇੱਕ ਆਰਜੀ ਜਿਹਾ ਸਿਸਟਮ ਹੈ। ਉਹ ਕਹਿ ਰਿਹਾ ਕਿ ਜਿਹੜਾ ਪਖਤੂਨਿਸਤਾਨ ਵਾਲਾ ਏਰੀਆ ਉਹ ਅਫਗਾਨ ਨੇ ਉੱਤੇ ਰਹਿੰਦੇ ਔਰ ਸਾਡਾ ਏਰੀਆ ਆ, ਤੇ ਹੋ ਸਕਦਾ ਹੈ ਕਿ ਪਾਕਿਸਤਾਨ ਨੂੰ ਵੀ
ਉਹ ਖੁਸ਼ੀ ਜਿਹੜੀ ਉਹ ਬੜੀ ਮਹਿੰਗੀ ਪੈ ਜੇ ਜਲਦੀ। ਵੇਖੋ ਜੀ, ਜਦੋਂ ਕਿਸੇ ਦੇ ਹੱਥ ਬੰਦੂਕ ਆ ਜਾਂਦੀ ਆ ਤੇ ਬੰਦੂਕ ਦੀ ਤਾਕਤ ਨਾਲ ਜਦੋਂ ਉਹ ਕਬਜ਼ਾ ਕਰਦੇ ਆ, ਤਾਂ ਉਹ ਫਿਰ ਹੁਣ ਓਨੇ ਕੁ ਥਾਂ 'ਚ ਤਾਂ ਪਹਿਲੀ ਗੱਲ ਵੈਸੇ ਜੇ ਪਖਤੂਨਿਸਤਾਨ ਦੇ ਉੱਤੇ ਉਹਨਾਂ ਦਾ ਕਲੇਮ ਪਹਿਲਾਂ ਨਾ ਵੀ ਹੋਵੇ ਤੇ ਤਾਂ ਵੀ ਉਹਨਾਂ ਦੀ ਐਕਸਪੈਂਸ਼ਨ ਦੀ ਪਾਲਿਸੀ ਤਾਂ ਹੋਵੇਗੀ ਨਾ ਕਿ ਅਸੀਂ ਬਾਹਰਲੇ ਪਾਸੇ ਨੂੰ ਦੂਜਿਆਂ ਦੇਸ਼ਾਂ ਵੱਲ ਨੂੰ ਫੈਲੀਏ। ਤੇ ਸਭ ਤੋਂ ਪਹਿਲਾਂ ਉਹ ਫਿਰ ਜਿਹੜਾ ਉਹਨਾਂ ਦਾ ਕਹਿੰਦੇ ਆ ਵੀ ਸਾਡਾ ਦੂਜਾ ਘਰ ਆ ਜਿੱਥੋਂ ਉਹ ਪੈਦਾ ਹੋਏ ਆ ਪਾਕਿਸਤਾਨ, ਤੇ ਉਹ ਫਿਰ ਸਭ ਤੋਂ ਪਹਿਲਾਂ ਤਾਂ ਪਾਕਿਸਤਾਨ ਵਾਲੇ ਪਾਸੇ ਹੀ ਹੋਣਗੇ ਨਾ। ਸੋ ਇਸ ਕਰਕੇ ਇਹ ਤੁਸੀਂ ਠੀਕ ਕਿਹਾ ਹੈਗਾ ਕਿ ਪਾਕਿਸਤਾਨ ਨੂੰ ਜਿਹੜੀ ਇਸ ਗੱਲ ਦੀ ਖੁਸ਼ੀ ਹੋਈ ਸੀਗੀ ਕਿ ਅਮਰੀਕਨਾਂ ਨੂੰ ਉੱਥੋਂ ਭਜਾਤਾ ਹੈਗਾ ਤਾਲਿਬਾਨਾਂ ਨੇ, ਤੇ ਤਾਲਿਬਾਨਾਂ ਨੇ ਜਿਹੜੀ ਨੀਤੀ ਹੈਗੀ ਆ ਉਹ ਕੋਈ ਪ੍ਰੋ ਪਾਕਿਸਤਾਨ ਨਹੀਂ ਕਰ ਲੈਣੀ। ਉਹਨਾਂ ਨੇ ਉਹੀ ਨੀਤੀ ਰੱਖਣੀ ਹੈ ਜਿਹੜੀ ਉਹਨਾਂ ਦੀ ਆਮ ਨੀਤੀ ਹੈਗੀ ਆ, ਜਿਹੜੀ ਉਹਨਾਂ ਦੀ ਸ਼ਰ੍ਹਾ ਦੇ ਮੁਤਾਬਕ, ਜਿਹੜੀ ਸ਼ਰਈ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਦੇ ਮੁਤਾਬਕ ਉਹਨਾਂ ਦੀ ਨੀਤੀ ਹੋਏਗੀ। ਤੇ ਨਾਲੇ ਪਾਕਿਸਤਾਨ ਦੇ ਉੱਤੇ ਤਾਂ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦਾ ਦਾਅਵਾ ਹੀ ਬੜਾ ਤਗੜਾ ਆ ਵੀ ਇਹ ਸਾਡਾ ਦੂਜਾ ਘਰ ਆ। ਦੂਜਾ ਘਰ ਦਾ ਮਤਲਬ ਇਹ ਆ ਵੀ ਅਸੀਂ ਇੱਧਰ ਨੂੰ ਹੁਣ ਆਪਣਾ ਇੱਥੋਂ ਕਰਕੇ ਪ੍ਰਬੰਧ ਤੇ ਫਿਰ ਇੱਧਰ ਨੂੰ ਵੀ ਵੱਧ ਸਕਦੇ ਆ। ਸੋ ਪਾਕਿਸਤਾਨ ਦੀ ਖੁਸ਼ੀ ਜਿਹੜੀ ਆ ਉਹ ਵਾਕਿਆ ਹੀ ਥੋੜ੍ਹ ਚਿਰ ਹੀ ਹੋਣੀ ਚਾਹੀਦੀ ਆ। ਕਦੀ ਇਹ ਨਹੀਂ ਸਮਝਣਾ ਚਾਹੀਦਾ ਕਿ ਕਿਉਂਕਿ ਜਿਹੜਾ ਜਿੰਨ ਆ ਨਾ ਜੀ, ਜਿੰਨ ਦਾ ਕੋਈ ਪਤਾ ਨਹੀਂ ਉਹਨੇ ਕਿੱਧਰ ਨੂੰ ਤੁਰ ਪੈਣਾ, ਤੇ ਇਸ ਕਰਕੇ ਉਹ ਪਾਕਿਸਤਾਨ ਵਾਲੇ ਜਿਹੜੇ ਆ ਜੀ ਉਹਨਾਂ ਨੂੰ ਵਾਕਿਆ ਹੀ ਇਹ ਖੁਸ਼ੀ ਜਿਹੜੀ ਆ ਉਹ ਥੋੜ੍ਹ ਚਿਰ ਹੀ ਸਮਝਣੀ ਚਾਹੀਦੀ ਆ। ਔਰ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਉਹ ਜਦੋਂ ਪਖਤੂਨਿਸਤਾਨ ਦੇ ਉੱਤੇ ਦਾਅਵਾ ਕਰਨਗੇ, ਪਹਿਲਾਂ ਹੀ ਜਿੱਥੇ ਆਲਰੇਡੀ ਕੋਈ ਪੱਕਾ ਬਾਰਡਰ ਹੈ ਨਹੀਂਗਾ, ਜੰਮੂ ਕਸ਼ਮੀਰ ਵਰਗੀ ਲਾਈਨ ਆਫ ਕੰਟਰੋਲ ਹੀ ਜਿਹੜੀ ਆ ਉਹ ਇੱਕ ਇਮੈਜੀਨੇਟਿਵ ਲਾਈਨ ਹੈਗੀ ਆ, ਪੱਕੀ ਲਾਈਨ ਤਾਂ ਉਹਦੇ ਵਿੱਚ ਕੋਈ ਹੈ ਨਹੀਂ ਗੀ। ਸੋ ਇਹ ਤੁਹਾਡੀ ਗੱਲ ਜਿਹੜੀ ਆ ਬਿਲਕੁਲ ਠੀਕ ਆ ਕਿ ਪਾਕਿਸਤਾਨ ਨੂੰ ਜਿਹੜੀਆਂ ਕੱਛਾਂ ਵਜਾਉਣੀਆਂ ਆ ਉਹ ਸ਼ਾਇਦ ਹੁਣ ਉਹਨਾਂ ਦਾ ਚਾਅ ਲੱਥ ਗਿਆ ਹੋਊਗਾ ਕਿ ਇਹ ਹੋਏ ਨਾ ਵੀ ਕੱਲ ਨੂੰ ਸਾਡੇ ਵੱਲ ਨੂੰ ਵੀ ਹੋ ਜਾਣ। ਬਿਲਕੁਲ ਜੀ, ਜਿਹੜੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਜਿਹੜੀ ਸੰਸਥਾ ਬੜੀ ਖਤਰਨਾਕ ਸੰਸਥਾ ਜਿਹੜੀ ਪਾਕਿਸਤਾਨ 'ਚ ਅਕਸਰ ਐਕਸਟੈਂਡ ਕਰਦੀ ਰਹਿੰਦੀ ਆ, ਉਹਦਾ ਤਾਲਮੇਲ ਜੇ ਅਫਗਾਨ ਤਾਲਿਬਾਨਾਂ ਨਾਲ ਹੈਗਾ ਆ ਤੇ ਉਹਨੂੰ ਲੈ ਕੇ ਪਾਕਿਸਤਾਨ ਬਹੁਤ ਚਿੰਤਾ 'ਚ ਆ। ਉਹਨਾਂ ਦੇ ਇੱਕ ਮੰਤਰੀ ਦਾ ਬਿਆਨ ਹੈ ਜੀ ਮੇਰੇ ਸਾਹਮਣੇ, ਉਹਨਾਂ ਨੇ ਕਿਹਾ ਆ ਕਿ ਸਾਡੀ ਜਿਹੜੀ ਪਰੇਸ਼ਾਨੀ ਆ ਉਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਨੂੰ ਲੈ ਕੇ ਆ, ਤੇ ਇਸ ਕਰਕੇ ਜਿਹੜੇ ਸ਼ੇਖ ਰਸ਼ੀਦ ਨੇ ਬੜੇ ਬੜਬੋਲੇ ਲੀਡਰ ਨੇ ਜੀ ਪਾਕਿਸਤਾਨ ਦੇ, ਪਿੱਛੇ ਰੇਲਵੇ ਮਿਨਿਸਟਰ ਸੀਗੇ, ਹੁਣ ਪਤਾ ਨਹੀਂ ਕੀ ਨੇ, ਕਈ ਅਜੀਬੋ-ਗਰੀਬ ਬਿਆਨ ਉਹਨਾਂ ਦੇ ਵੀ ਆਉਂਦੇ ਰਹਿੰਦੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੀ ਸਰਕਾਰ ਜਿਹੜੀ ਆ ਇਸ ਗੱਲ ਦੀ ਚਿੰਤਾ ਨੂੰ ਲੈ ਕੇ ਤਾਲਿਬਾਨ ਦੇ ਸੰਪਰਕ ਵਿੱਚ ਹੈ। ਤੇ ਦੂਜੇ ਪਾਸੇ ਮੇਰਾ ਇਹ ਖਿਆਲ ਹੈ ਕਿ ਜਿਹੜੇ ਲੋਕ ਪੋਲੀਟੀਸ਼ੀਅਨ ਨਹੀਂ ਹੁੰਦੇ, ਮਤਲਬ ਜਿੱਦਾਂ ਇਮਰਾਨ ਖਾਨ ਨੇ ਹੁਣ ਪੰਜਾਬ ਦੀ ਗੱਲ ਕਰ ਰਹੀਏ, ਨਵਜੋਤ ਸਿੱਧੂ ਨੇ, ਬੇਸ਼ੱਕ ਇਹ ਦੋਨੇ ਕ੍ਰਿਕਟ ਤੋਂ ਆਏ ਹੋਏ ਨੇ ਪਰ ਬੇਸਿਕਲੀ ਇਹ ਪੋਲੀਟੀਸ਼ੀਅਨ ਨਹੀਂ ਆ। ਇਸੇ ਤਰ੍ਹਾਂ ਹੀ ਕੇਜਰੀਵਾਲ ਵੀ ਬੇਸਿਕਲੀ ਪੋਲੀਟੀਸ਼ੀਅਨ ਨਹੀਂ ਆ। ਮੈਂ ਰਲਗੱਡ ਕਰ ਰਿਹਾ ਸਾਰੀਆਂ ਗੱਲਾਂ। ਉਹਨਾਂ ਦਾ ਜਿਹੜਾ ਇਹ ਤਜਰਬਾ ਹੁੰਦਾ ਸਿਆਸਤ ਪ੍ਰਤੀ, ਕਈ ਵਾਰ ਉਹ ਬੜਾ ਅਜੀਬ ਤੇ ਗੈਰ ਜ਼ਿੰਮੇਵਾਰਾਨਾ ਹੋ ਜਾਂਦਾ ਆ। ਜਿਸ ਤਰ੍ਹਾਂ ਦਾ ਬਿਆਨ ਤਾਲਿਬਾਨ ਦੇ ਆਉਂਦਿਆਂ ਹੀ ਇਮਰਾਨ ਖਾਨ ਨੇ ਦਿੱਤਾ ਸੀਗਾ, ਬਿਨਾਂ ਸੋਚਿਆਂ, ਬਿਨਾਂ ਆਪਣੀ ਆਰਮੀ ਨਾਲ ਸਲਾਹ ਕੀਤਿਆਂ, ਬਿਨਾਂ ਆਪਣੇ ਲੋਕਾਂ ਦੇ ਹਾਲਾਤ ਵੇਖਿਆਂ ਇਸ ਤਰ੍ਹਾਂ ਦਾ ਬਿਆਨ ਦੇ ਦੇਣਾ ਕਿ ਇਹ ਬਹੁਤ ਵਧੀਆ ਹੋਇਆ ਤਾਲਿਬਾਨ ਦੇ ਆਉਣਾ, ਤੇ ਬਾਅਦ ਵਿੱਚ ਜਦੋਂ ਭੁਗਤਣਾ ਪੈਂਦਾ। ਇਹਦਾ ਮਤਲਬ ਇਹ ਹੋਇਆ ਕਿ ਇਹ ਸਿਆਸੀ ਸੂਝ-ਬੂਝ ਤੋਂ ਸੱਖਣੇ ਹੁੰਦੇ ਨੇ ਕੁਝ ਲੀਡਰ, ਭਾਵੇਂ ਉਹ ਲੰਬੇ ਸਮੇਂ ਤੋਂ ਰਾਜਨੀਤੀ 'ਚ ਆ ਗਏ ਪਰ ਰਾਜਨੀਤੀ ਉਹਨਾਂ ਦੇ ਅੰਦਰ ਹੁੰਦੀ ਨਹੀਂ ਉੱਦਾਂ ਦੀ। ਬਿਲਕੁਲ ਠੀਕ ਹੈ ਜੀ। ਇਹਨੂੰ ਅਸੀਂ ਗੈਰ ਰਾਜਨੀਤਿਕ ਸ਼ਖਸੀਅਤ ਵੀ ਕਹਿ ਸਕਦੇ ਹਾਂ, ਤੇ ਨਾਲ ਦੀ ਨਾਲ ਇਮੈਚੋਰਿਟੀ ਦੀ ਗੱਲ ਵੀ, ਇਮੈਚੋਰਿਟੀ ਦੀ ਵੀ ਹੱਦ ਹੈਗੀ ਆ ਕਿ ਜੇ ਤੁਸੀਂ ਕੋਈ ਗੱਲ ਕਰਨੀ ਆ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਤਾਂ ਤੁਸੀਂ ਪਹਿਲਾਂ ਆਪਣੇ ਜਿਹੜੇ ਨੁਮਾਇੰਦੇ ਹੈਗੇ ਆ ਤੁਹਾਡੇ ਮੰਤਰੀ ਮੰਡਲ ਦੇ ਵਿੱਚ ਆ ਉਹਨਾਂ ਨਾਲ ਸਲਾਹ ਕਰੋ, ਫਿਰ ਆਰਮੀ ਨਾਲ ਸਲਾਹ ਕਰੋ, ਫਿਰ ਜਿਹੜੀ ਤੁਹਾਡੀ ਆਪੋਜੀਸ਼ਨ ਹੈਗੀ ਆ ਉਹਨਾਂ ਨਾਲ ਸਲਾਹ ਕਰੋ। ਸਲਾਹ ਕਰਕੇ ਕਿ ਭਈ ਸਾਡੇ ਦੇਸ਼ ਦੇ ਹਿੱਤ ਦੇ ਵਿੱਚ ਕੀ ਹੈਗਾ ਜਾਂ ਸਾਡੇ ਦੇਸ਼ ਦਾ ਇੰਟਰਸਟ ਕੀ ਆ, ਉਹਦੇ ਹਿਸਾਬ ਨਾਲ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ। ਉਂਝ ਵੀ ਵੈਸੇ ਜਿਹੜੇ ਘਾਗ ਰਾਜਨੀਤੀਵਾਨ ਹੁੰਦੇ ਆ ਉਹ ਕਦੇ ਵੀ ਇਸ ਕਿਸਮ ਦਾ ਪ੍ਰਤੀਕਰਮ ਜਿਹੜਾ ਆ ਉਹ ਇੰਨੀ ਤੇਜ਼ੀ ਨਾਲ, ਇੰਨੀ ਫੁਰਤੀ ਨਾਲ ਨਹੀਂ ਦਿੰਦੇ ਕਿ ਮੁੜ ਕੇ ਪਛਤਾਉਣਾ ਪਵੇ। ਹੁਣ ਜਦੋਂ ਉਹ ਅੱਖਾਂ ਵਿਖਾਉਣਗੇ ਪਾਕਿਸਤਾਨ ਨੂੰ ਤੇ ਫਿਰ ਇਹ ਕੀ ਜਵਾਬ ਦੇਣਗੇ? ਬਈ ਉਹ ਕਹਿਣਗੇ ਲੋਕੀ ਵੀ ਤੁਸੀਂ ਪਹਿਲਾਂ ਤਾਂ ਕਹਿੰਦੇ ਸੀਗੇ ਬੜਾ ਚੰਗਾ ਹੋ ਗਿਆ ਤੇ ਹੁਣ ਤੁਸੀਂ ਰੋਣ ਲੱਗ ਪਏ ਆ, ਇਹ ਕੀ ਗੱਲ ਹੋਈ? ਬਿਲਕੁਲ। ਤੇ ਆਪਣੇ ਕਾਲੂ ਸਾਹਿਬ, ਭਾਰਤ ਸਰਕਾਰ ਵੀ ਕਿਤੇ ਨਾ ਕਿਤੇ ਚਿੰਤਾਤ ਰਿਹਾ ਕਿ ਕਸ਼ਮੀਰ ਦੇ ਵਿੱਚ ਤਾਲਿਬਾਨ ਦੀ ਆਮਦ ਤੋਂ ਬਾਅਦ ਕੋਈ ਨਵੀਂ ਹਿਲਜੁਲ ਜਿਹੜੀ ਆ ਉਹਦੀ ਸੰਭਾਵਨਾ ਬਣ ਸਕਦੀ ਆ, ਤੇ ਸਰਬ ਪਾਰਟੀ ਮੀਟਿੰਗ ਸੱਦੀ ਹੈ ਜੀ ਹੁਣ ਮੋਦੀ ਸਰਕਾਰ ਨੇ ਇਸ ਇਸ਼ੂ ਤੇ ਵਿਚਾਰ ਕਰਨ ਲਈ ਕਿ
ਕਿਸ ਤਰ੍ਹਾਂ ਆਉਣ ਵਾਲੇ ਹਾਲਾਤ ਜਿਹੜੇ ਆ ਉਹਨਾਂ ਨਾਲ ਸਿੱਝਿਆ ਜਾਵੇ। ਇਸ ਕਰਕੇ ਇੱਕ ਸਾਰੀਆਂ ਪਾਰਟੀਆਂ ਦੀ ਸਾਂਝੀ ਮੀਟਿੰਗ ਜਿਹੜੀ ਆ ਉਹ ਸੱਦੀ ਗਈ ਹੈ ਜੀ। ਜੀ, ਇਹ ਵਾਕਿਆ ਹੀ ਜੀ ਭਾਰਤ ਲਈ ਚਿੰਤਾ ਵਾਲੀ ਗੱਲ ਤਾਂ ਇਹ ਹੈਗੀ ਆ ਕਿ ਜਦੋਂ ਦੇਖੋ ਤਾਲਿਬਾਨ ਜਿਹੜੇ ਹੈਗੇ ਆ ਉਹ ਭਾਰਤ ਦੇ ਮਿੱਤਰ ਤਾਂ ਕਦੀ ਹੋ ਨਹੀਂ ਸਕਦੇ, ਔਰ ਜਿਹੜੀ ਉਹਨਾਂ ਦੀ ਗੁੜਤੀ ਹੈਗੀ ਆ ਉਹ ਆਪਣੇ ਜਿਹੜਾ ਸ਼ਰੀਅਤ ਦਾ ਰਾਜ ਕਾਇਮ ਕਰਨਾ ਆ। ਇਹ ਪਹਿਲਾਂ ਵੀ ਤੁਹਾਨੂੰ ਪਤਾ ਹੋਣਾ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਆਕੂਪਾਈਡ ਕਸ਼ਮੀਰ ਆ ਉਹਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਗਤੀਵਿਧੀਆਂ ਆ ਉਹ ਉੱਥੋਂ ਹੁੰਦੀਆਂ ਰਹੀਆਂ, ਤੇ ਇਹ ਬਿਲਕੁਲ ਸੁੱਟ ਪਾਉਣ ਵਾਲੀ ਗੱਲ ਨਹੀਂ ਹੈ। ਬਿਲਕੁਲ ਇਹ ਸੰਭਾਵਨਾ ਆ। ਭਾਰਤ ਦੀ ਚਿੰਤਾ ਜਿਹੜੀ ਆ ਉਹ ਬਹੁਤ ਵਾਜਬ ਆ। ਜੇ ਗਿੱਲ ਸਾਹਿਬ ਪਾਕਿਸਤਾਨ ਚਿੰਤਤ ਆ ਤਾਂ ਫਿਰ ਭਾਰਤ ਤਾਂ ਉਦੋਂ ਵੱਧ ਚਿੰਤਤ ਹੋਣਾ ਚਾਹੀਦਾ, ਕਿਉਂਕਿ ਪਾਕਿਸਤਾਨ ਦੀ ਤੇ ਜਿਹੜੇ ਤਾਲਿਬਾਨ ਆ ਉਹਨਾਂ ਦੀ ਇੱਕ ਸਾਂਝ ਤਾਂ ਹੈਗੀ ਆ ਨਾ ਕਿ ਦੋਵੇਂ ਇਸਲਾਮ ਨੂੰ ਮੰਨਦੇ ਆ, ਤੇ ਭਾਰਤ ਤਾਂ ਬਿਲਕੁਲ ਉਹਨਾਂ ਦੇ ਨਿਸ਼ਾਨੇ ਤੇ ਹੋਣ ਦੀ ਸੰਭਾਵਨਾ ਹੈ ਹੀ ਹੈ। ਔਰ ਜੇ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਆਲ ਪਾਰਟੀ ਮੀਟਿੰਗ ਸੱਦੀ ਆ ਇਸ ਇਸ਼ੂ ਤੇ ਇਹ ਇੱਕ ਉਹਨਾਂ ਦਾ ਚੰਗਾ ਕਦਮ ਕਿਹਾ ਜਾ ਸਕਦਾ ਕਿ ਬਈ ਦੇਸ਼ ਨੂੰ ਜੇ ਕੋਈ ਸੰਕਟ ਆਉਣ ਵਾਲਾ ਆ ਜਾਂ ਕੋਈ ਥ੍ਰੈਟ ਹੈਗੀ ਆ ਜਾਂ ਕੋਈ ਖਤਰਾ ਹੈਗਾ ਤਾਂ ਇਹ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਰਲ ਕੇ ਇਹਦੇ ਲਈ ਕੋਈ ਸਲਾਹ ਮਸ਼ਵਰਾ ਕਰਨ, ਕੋਈ ਇਹਦਾ ਮੁਕਾਬਲਾ ਕਰਨ ਲਈ ਤਿਆਰ ਹੋਣ। ਤੇ ਮੋਦੀ ਉਹਨਾਂ ਦਾ ਮੈਂ ਸਮਝਣਾ ਵੀ ਉਹਨਾਂ ਨੇ ਅੱਜ ਤੱਕ ਤਾਂ ਕੋਈ ਇਦਾਂ ਦੀ ਗੱਲ ਕੀਤੀ ਨਹੀਂ ਕਿ ਸਲਾਹ ਲੈਣ ਕਿਸੇ ਦੀ, ਪਰ ਜੇ ਹੁਣ ਸਲਾਹ ਲਈ ਆ ਤੇ ਸਲਾਹ ਲੈਣੀ ਚੰਗੀ ਗੱਲ ਹੈ। ਮੇਰੇ ਖਿਆਲ ਸਲਾਹ ਨਹੀਂ ਲੈਣੀ ਜੀ। ਉਹਨਾਂ ਨੇ ਜਿਹੜੇ ਵਿਦੇਸ਼ ਮੰਤਰੀ ਆ ਨਾ ਜੈ ਕਿਸ਼ਨ ਕੀ ਆਪਣੇ ਉਹ ਪਾਲਿਸੀ ਦੱਸਣਗੇ ਕਿ ਸਾਡੀ ਗਵਰਨਮੈਂਟ ਦੀ ਕੀ ਪਾਲਿਸੀ ਆ, ਕੀ ਅਸੀਂ ਪੇਸ਼ਬੰਦੀ ਕਰ ਰਹੇ ਆ ਤੇ ਕਿੰਨਾ ਹਾਲਾਤਾਂ ਨਾਲ ਅਸੀਂ ਕਿੱਦਾਂ ਨਿਬੜ ਰਹੇ ਆ। ਉਦਾਂ ਤਾਂ ਉਹਨਾਂ ਦੀਆਂ ਪਾਲਿਸੀਆਂ ਜਿੱਦਾਂ ਦੀਆਂ ਹੈਗੀਆਂ ਆਪਾਂ ਨੂੰ ਪਤਾ ਹੀ ਆ। ਜਿਹੜੇ ਐਵੈਕੂਏਸ਼ਨ ਕਰ ਰਹੇ ਇੱਕ ਦੋ ਜਹਾਜ਼ ਘੱਲੇ ਉੱਥੇ ਉਹਨਾਂ ਨੇ ਤੇ ਕੁਝ ਕੁ ਲੋਕਾਂ ਨੂੰ ਲਿਆਂਦਾ, ਉਹਦਾ ਨਾਂ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ। ਉਹਦਾ ਨਾਂ ਰੱਖਿਆ ਉਹਨਾਂ ਦੇਵੀ ਸ਼ਕਤੀ ਐਵੈਕੂਏਸ਼ਨ ਪ੍ਰੋਗਰਾਮ ਦਾ ਨਾਂ। ਤੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਵੀ ਉਹ ਆਪਣਾ ਏਜੰਡਾ ਜਿਹੜਾ ਉਹ ਤੋਂ ਤਿਲ ਭਰ ਲਾਂਭੇ ਨਹੀਂ ਹੁੰਦੇ। ਹਰ ਚੀਜ਼ ਨੂੰ ਉਸ ਚੀਜ਼ ਨਾਲ ਜੋੜਦੇ ਨੇ, ਧਰਮ ਨਾਲ ਜੋੜਦੇ ਨੇ। ਕਿਹੜੀ ਦੇਵੀ ਦੀ ਸ਼ਕਤੀ ਆ ਜਿਹਦੇ ਨਾਲ ਇਹ ਉੱਥੋਂ ਐਵੈਕੂਏਸ਼ਨ ਦਾ ਪ੍ਰੋਗਰਾਮ ਕਰ ਰਿਹਾ। ਬੜੀ ਹਾਸੋਹੀਣੀ ਜੀ ਸਥਿਤੀ ਹੁੰਦੀ ਆ ਕਿ ਲੋਕ ਦੁੱਖ ਦਰਦ 'ਚ ਹੋਣ, ਪਰ ਇਹਨਾਂ ਦਾ ਏਜੰਡਾ ਉਹੀ ਤੇ ਉਸੇ ਤਰ੍ਹਾਂ ਦੀ ਭਾਸ਼ਾ ਰਹਿੰਦੀ ਆ ਬੀਜੇਪੀ ਵਾਲਿਆਂ ਦੀ। ਇਹ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਕਿ ਇਹ ਪਹਿਲਾਂ ਕਿਉਂਕਿ ਜਿਹੜੀ ਫੋਰਨ ਪਾਲਿਸੀ ਆ ਉਹ ਤਾਂ ਕਦੀ ਕਲੀਅਰ ਕੀਤੀ ਨਹੀਂ। ਅੱਬਲ ਤਾਂ ਕਲੀਅਰ ਹੀ ਆ ਵੀ ਅਸੀਂ ਤਾਂ ਹਿੰਦੂਤਵ ਵਾਲੇ ਹੈਗੇ ਆ, ਵੀ ਜਿੰਨੇ ਮੁਸਲਿਮ ਕੰਟਰੀ ਆ ਉਹ ਸਾਡੇ ਕੁਛ ਨਹੀਂ ਲੱਗਦੇ, ਤੇ ਨਾਲ ਦੀ ਨਾਲ ਜਿਹੜੇ ਗੈਰ ਮੁਸਲਿਮ ਵੀ ਆ ਉਹਨਾਂ ਨਾਲ ਵੀ ਕੋਈ ਜਿਹੜੀ ਆ ਉਹ ਕੂਟਨੀਤਿਕ ਪਹੁੰਚ ਜਿਹੜੀ ਆ ਉਹ ਨਹੀਂ ਅਪਣਾਈ ਗਈ, ਤੇ ਉਹਦੇ ਨਤੀਜੇ ਜਿਹੜੇ ਆ ਉਹ ਨਿਕਲਦੇ ਵੀ ਆ, ਖਤਰਨਾਕ ਹੀ ਹੁੰਦੇ ਆ ਹਮੇਸ਼ਾ। ਤੇ ਹੁਣ ਤੁਹਾਨੂੰ ਯਾਦ ਹੀ ਆ ਵੀ ਅੱਜ ਤੱਕ ਤਾਂ ਕੋਈ ਭਾਰਤ ਦੇ ਵਿਦੇਸ਼ ਮੰਤਰੀ ਨੂੰ ਜਾਣਦਾ ਹੀ ਨਹੀਂ। ਮੋਦੀ ਸਾਹਿਬ ਦੇ ਪਹਿਲੇ ਟਰਮ ਦੇ ਵਿੱਚ ਵੀ ਤੇ ਹੁਣ ਵੀ ਉਹ ਆਪ ਹੀ ਸਭ ਕੁਝ ਨੇ, ਤੇ ਹੁਣ ਚਲੋ ਘੱਟੋ ਘੱਟ ਮੀਟਿੰਗ ਸੱਦਣ ਨਾਲ ਇਹ ਤਾਂ ਪਤਾ ਲੱਗੇਗਾ। ਮੀਟਿੰਗ ਕਾਲੋ ਸਾਹਿਬ ਮੈਂ ਥੋੜਾ ਜਿਹਾ ਮਿਸ ਕਰ ਰਿਹਾ ਸੀ। ਗੁਰੂਵਾਰ ਸ਼ਬਦ ਤੋਂ ਵੀਰਵਾਰ ਦਾ ਦਿਨ ਹੁੰਦਾ ਗੁਰੂਵਾਰ, ਤੇ ਅੱਜ ਉਹ ਮੀਟਿੰਗ ਹੋ ਗਈ ਆ ਉੱਥੇ। ਤੇ ਉਸ ਮੀਟਿੰਗ ਦੇ ਵਿੱਚ ਜੈ ਸ਼ੰਕਰ ਰਾਣੇ ਜਿਹੜਾ ਉਹ ਇਹ ਦੱਸਿਆ ਕਿ ਸਾਡੀ ਪਹਿਲ ਜਿਹੜੀ ਆ ਮਨੁੱਖਤਾ ਦੇ ਆਧਾਰ ਤੇ ਉੱਥੋਂ ਲੋਕਾਂ ਨੂੰ ਬਾਹਰ ਕੱਢਣ ਦੀ ਆ, ਘੱਟੋ ਘੱਟ ਭਾਰਤੀ ਨਾਗਰਿਕਾਂ ਨੂੰ। ਤੇ ਦੂਸਰਾ ਉਹਨਾਂ ਨੇ ਇਹ ਕਿਹਾ ਆ ਕਿ ਜਿਹੜੇ ਪਿਊਸ਼ ਗੋਇਲ ਸੀਗੇ ਉਹ ਇਸ ਮੀਟਿੰਗ ਸੀਗੇ, ਤੇ ਸੰਸਦੀ ਮਾਮਲਿਆਂ ਬਾਰੇ ਪ੍ਰਹਲਾਦ ਜੋਸ਼ੀ ਵੀ ਸੰਸਦ ਦੇ ਵਿੱਚ ਉਹ ਜਿਹੜੇ ਹੈਗੇ ਨੇ ਉਹ ਮੌਜੂਦ ਸੀਗੇ। ਤੇ ਸੰਸਦ ਭਵਨ ਦੀ ਨੈਕਸੀ 'ਚ ਮੀਟਿੰਗ ਹੋਈ ਆ। ਐਨਸੀਪੀ ਦੇ ਨੇਤਾ ਸ਼ਰਦ ਯਾਦਵ ਵੀ ਰਹੀ, ਤੇ ਕਾਂਗਰਸ ਵੱਲੋਂ ਮਲਕਰਜਨ ਖੜਕੇ ਤੇ ਅਧੀਰ ਰੰਜਨ ਚੌਧਰੀ, ਡੀਐਮਕੇ ਦੇ TR ਬਾਲੂ ਤੇ HD ਦੇਵਗੋੜਾ ਤੇ ਆਪਣਾ ਦਲ ਦੀ ਅਨੁਪ੍ਰਿਆ ਪਟੇਲ ਉਹ ਮੀਟਿੰਗ ਦੇ ਵਿੱਚ ਸੀਗੇ, ਜਿਨ੍ਹਾਂ ਨੂੰ ਇਹ ਸਾਰੀ ਜਿਹੜੀ ਆ ਉਹ ਜੈ ਸ਼ੰਕਰ ਨੇ ਸਥਿਤੀ ਭਾਰਤ ਦੀ ਸਮਝਾਈ ਹੈ ਜੀ। ਇਹ ਫਿਰ ਆਲ ਪਾਰਟੀ ਮੀਟਿੰਗ ਤਾਂ ਨਾ ਹੋਈ, ਇਹ ਤਾਂ ਆਦ ਗਿਣਤੀ ਘੱਟ ਬਣਦੀ ਹੈਗੀ ਆ। ਹਾਂਜੀ, ਦੂਜੀਆਂ ਪਾਰਟੀਆਂ ਇਹਦੇ 'ਚ ਹੈ ਨਹੀਂ ਗਈਆਂ। ਐਨਸੀਪੀ ਕਾਂਗਰਸ ਤੇ ਆਪਣਾ ਪਾਰਟੀ ਥੋੜੇ ਜਿਹੇ ਜਿਹੜੇ ਇਹ ਦਲ ਜਿਹੜੇ ਆ ਇਹਨਾਂ ਦੇ ਨਾਂ ਆਏ ਆ ਅਜੇ ਜਿਹੜੇ ਖਬਰਾਂ ਨੇ ਲਾਏ ਆ। ਹੋ ਸਕਦਾ ਕੁਝ ਲੋਕ ਹੋਰ ਵੀ ਉਹਦੇ ਵਿੱਚ ਸ਼ਾਮਲ ਹੋਏ ਹੋਣ। ਤੇ ਥੋੜੀ ਜਿਹੀ ਆਪਾਂ ਚਲੋ ਜੀ ਮੁੜਦੇ ਆ ਪੰਜਾਬ ਦੀ ਸਿਆਸਤ ਵੱਲ ਜੀ। ਸਿੱਧੂ ਸਾਹਿਬ ਨੂੰ ਲੈ ਕੇ ਬੜੀ ਤਲਖੀ ਚੱਲ ਰਹੀ ਸੀ ਕੈਪਟਨ ਸਾਹਿਬ ਦੇ ਨਾਲ, ਤੇ ਪਿਛਲੇ 2-3 ਦਿਨ ਤੋਂ ਤੇ ਲੋਕਾਂ ਨੇ ਬਹੁਤ ਸਾਰੇ ਚੈਨਲਾਂ ਨੇ ਕਿਆਸ ਰਾਈਆਂ ਲਾ ਲੀਆਂ ਸੀ ਕਿ ਕੈਪਟਨ ਸਾਹਿਬ ਹੁਣ ਘਰ ਜਾਣ ਹੀ ਵਾਲੇ ਆ, ਸ਼ਾਇਦ ਇਸੇ ਹਫਤੇ ਉਹਨਾਂ ਦੀ ਛੁੱਟੀ ਕਰ ਦਿੱਤੀ ਜਾਊਗੀ।
ਤੇ ਹੁਣ ਹਾਲਾਤ ਕੁਝ ਮੋੜਾ ਹੋਰ ਲੈਂਦੇ ਨਜ਼ਰ ਆ ਰਹੇ ਆ। ਪਹਿਲਾਂ ਤੇ ਜਿਹੜੇ ਮੰਤਰੀ ਜਨ ਪਹੁੰਚੇ ਸੀਗੇ ਦੇਹਰਾਦੂਨ ਜਾ ਰਹੇ ਸੀ ਦਿੱਲੀ, ਤੇ ਉਹ ਰਾਵਤ ਸਾਹਿਬ ਨੇ ਕਿਹਾ ਜੀ ਮੈਂ ਬਿਜ਼ੀ ਹਾਂ ਤੁਸੀਂ ਦੇਹਰਾਦੂਨ ਆ ਜਾਓ, ਉਹ ਅੰਬਾਲੇ ਦੇਹਰਾਦੂਨ ਨੂੰ ਮੁੜ ਗਏ। ਤੇ ਉਹਨਾਂ ਦੇ ਦੇਹਰਾਦੂਨ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦਾ ਇੱਕ ਬਿਆਨ ਆ ਗਿਆ ਕਿ ਅਸੀਂ ਪ੍ਰਧਾਨਗੀ ਜ਼ਰੂਰ ਦਿੱਤੀ ਆ, ਅਸੀਂ ਕਾਂਗਰਸ ਨਹੀਂ ਦਿੱਤੀ ਪੂਰੀ ਦੀ ਪੂਰੀ ਨਵਜੋਤ ਸਿੱਧੂ ਨੂੰ, ਤੇ 1922 ਦੀ ਇਲੈਕਸ਼ਨ 'ਚ ਕੈਪਟਨ ਸਾਹਿਬ ਹੀ ਸਾਡਾ ਚਿਹਰਾ ਹੋਣਗੇ। ਉਹਨਾਂ ਤੇ ਇਹ ਕਿਹਾ ਤੋਂ ਅਗਲੀ ਇਲੈਕਸ਼ਨ 'ਚ ਵੀ ਉਹੀ ਸਾਡਾ ਚਿਹਰਾ ਹੋਣਗੇ, ਇਦਾਂ ਦੀ ਕੋਈ ਸਾਨੂੰ ਕਾਹਲੀ ਨਹੀਂ ਆ। ਤੇ 2022 ਚ ਵੀ ਤੇ 2027 ਚ ਵੀ। ਹਾਂਜੀ ਹਾਂਜੀ, ਤੇ ਇਹ ਰਾਵਤਰਾ ਦਾ ਬਿਆਨ ਜੀ। ਤੇ ਇਹ ਤੋਂ ਅੱਗੇ ਇੱਕ ਹੋਰ ਬਿਆਨ ਰਾਵਤਰਾ ਦਾ ਜਿਹੜਾ ਅੱਜ ਆਇਆ, ਉਹਨਾਂ ਦੀ ਮਿਲਣੀ ਤੋਂ ਬਾਅਦ ਉਹਨਾਂ ਕਹਿਤਾ ਕਿ ਕੋਈ ਨਹੀਂ, ਹਾਈ ਕਮਾਂਡ ਤੁਹਾਡੀ ਗੱਲ ਸੁਣੂਗੀ, ਉਹਨਾਂ ਨੂੰ ਸੁੱਚੇ ਮੂੰਹ ਨਾਲ ਵਾਪਸ ਭੇਜ ਦਿੱਤਾ। ਤੇ ਕੋਈ ਠੰਡ ਢੰਡੋਲਾ ਲੱਗਦਾ ਉਹਨਾਂ ਨੂੰ ਪਿਆ ਸੀਗਾ। ਜਿਹੜੇ ਮੰਤਰੀ ਬੜੇ ਕਾਲੇ ਸੀਗੇ, ਉਹਦਾ ਕਾਰਨ ਤੇ ਆਪਾਂ ਨੂੰ ਵੀ ਪਤਾ ਕਿ ਜਿਹੜੀ ਕੈਬਨਿਟ ਦੀ ਇੱਕ ਮੀਟਿੰਗ ਹੋਣ ਵਾਲੀ ਸੀ ਤੇ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਕੁਝ ਇੱਕ ਦੀ ਸ਼ਾਂਤੀ ਹੋ ਸਕਦੀ ਹੈ, ਖਾਸ ਕਰਕੇ ਇੱਕ ਦੋ ਦੇ ਨਾਂ ਚੰਨੀ ਸਾਹਿਬ ਤੇ ਸੁਖਵਿੰਦਰ ਰੰਧਾਵਾ ਦਾ ਨਾਂ ਚ ਬੋਲ ਰਿਹਾ ਸੀਗਾ, ਤੇ ਉਹ ਪੇਸ਼ਵਰਦੀ ਵੱਲੋਂ ਉਹਨਾਂ ਨੇ ਕੁਝ ਸ਼ਾਇਦ ਇਦਾਂ ਦਾ ਕਦਮ ਚੁੱਕਿਆ ਸੀਗਾ। ਪਰ ਕਈ ਵਾਰ ਜਿਵੇਂ ਮੈਂ ਪਹਿਲਾਂ ਕਿਹਾ ਨਾ, ਜਿਹੜੀ ਸਿਆਸਤਦਾਨ ਮਤਲਬ ਪੂਰੇ ਗਹਿ ਗੱਚ ਸਿਆਸਤਦਾਨ ਨਹੀਂ ਹੁੰਦੇ, ਨਵਜੋਤ ਹੋਰਾਂ ਤੇ ਇਹ ਗੱਲ ਲਾਗੂ ਹੁੰਦੀ ਆ, ਉਹ ਕਈ ਵਾਰ ਕਰ ਲੈਂਦੇ ਆ ਤੇ ਬਾਅਦ ਚ ਉਹਨਾਂ ਨੂੰ ਪਛਤਾਉਣਾ ਪੈਂਦਾ। ਅੱਜ ਹਰੀਸ਼ ਰਾਵਤ ਹੋਰਾਂ ਦਾ ਇੱਕ ਹੋਰ ਬਿਆਨ ਆ ਗਿਆ ਕਿ ਜਿਹੜੇ ਬਿਆਨ ਦਿੱਤੇ ਨੇ ਸਲਾਹਕਾਰਾਂ ਨੇ ਉਹ ਸਾਨੂੰ ਮਨਜ਼ੂਰ ਨਹੀਂ, ਜਾਂ ਤੇ ਆਪਣੇ ਆਪ ਸਲਾਹਕਾਰ ਹਟਾ ਦਿਓ ਜਾਂ ਹਾਈ ਕਮਾਂਡ ਉਹਨਾਂ ਨੂੰ ਹਟਾ ਦੇਗੀ। ਸੋ ਹੁਣ ਪਤਾ ਨਹੀਂ ਇਹ ਕੀ ਫੈਸਲਾ ਹੁੰਦਾ ਮਾਲੀ ਹੋਰਾਂ ਬਾਰੇ ਤੇ ਗਰਗ ਹੋਰਾਂ ਬਾਰੇ, ਖਾਸ ਕਰਕੇ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਆ ਜਾਂ ਹਾਈ ਕਮਾਂਡ ਕੋਈ ਐਕਸ਼ਨ ਲੈਂਦੀ ਆ। ਇਹ ਵੀ ਬੜੀ ਕਿਉਂਕਿ ਕੁਝ ਦਿਨਾਂ ਤੱਕ ਆਪਾਂ ਸਾਰੇ ਸੋਚ ਰਹੇ ਸੀਗੇ ਕਿ ਉਹਨਾਂ ਦੀ ਪਿੱਠ ਦੇ ਪਿੱਛੇ ਪ੍ਰਿਯੰਕਾ ਗਾਂਧੀ ਤੇ ਰਾਹੁਲ ਹੈ, ਤਾਂ ਕਰਕੇ ਉਹ ਸਾਰਾ ਕੁਝ ਕਰ ਰਹੇ ਆ। ਪਰ ਜੇ ਹਾਈ ਕਮਾਂਡ ਵੱਲੋਂ ਇਦਾਂ ਦੀ ਚੇਤਾਵਨੀ ਆਉਂਦੀ ਆ ਤੇ ਸਿੱਧੂ ਸਾਹਿਬ ਦੀ ਸਿਆਸਤ ਨੂੰ ਵੀ ਕਿਤੇ ਬ੍ਰੇਕਾਂ ਲੱਗਣਗੀਆਂ ਲੱਗਦੀਆਂ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਰਾਵਤ ਸਾਹਿਬ ਨੇ ਇਹ ਵੀ ਕਹਿਤਾ ਆ ਕਿ ਦੇਖੋ ਗੱਲ ਇਦਾਂ ਆ ਭਈ ਮੈਂ ਸਲਾਹ ਦਿੱਤੀ ਆ ਕਿ ਉਹ 2022 ਦੇ ਵਿੱਚ ਜਿਹੜੇ ਕੈਪਟਨ ਦੀ ਅਗਵਾਈ 'ਚ ਚੋਣ ਲੜੀ ਜਾਏਗੀ, ਤੇ ਉਹਨਾਂ ਨੇ ਬੇਨਤੀ ਕੀਤੀ ਆ ਭਈ ਉੱਤਰਾਖੰਡ ਦੇ ਵਿੱਚ ਚੋਣਾਂ ਹੋਣੀਆਂ ਤੇ ਮੈਂ ਬੜਾ ਇੱਥੇ ਰੁੱਝਿਆ ਹੋਇਆ ਵਾਂ, ਇਸ ਕਰਕੇ ਨਾ ਮੈਨੂੰ ਪੰਜਾਬ ਦੀ ਜਿਹੜੀ ਇੰਚਾਰਜੀ ਆ ਉਹਦੇ ਤੋਂ ਛੁੱਟੀ ਦਿੱਤੀ ਜਾਵੇ। ਮਤਲਬ ਕਿ ਉਹਨਾਂ ਨੇ ਹੱਥ ਖੜੇ ਕਰਤੇ ਲਾਏ, ਉਹਨਾਂ ਨੇ ਪਾਸਾ ਹੀ ਵੱਟ ਲਿਆ ਹੈਗਾ ਕਿ ਭਈ ਮੇਰੇ ਵੱਸ ਦੀ ਗੱਲ ਨਹੀਂ ਏ ਕਿ ਮੈਂ ਪੰਜਾਬ ਦਾ ਮਸਲਾ ਇੰਨਾ ਉਲਝ ਗਿਆ ਪੰਜਾਬ ਕਾਂਗਰਸ ਦਾ ਕਿ ਮੈਂ ਇਹਨੂੰ ਕੋਈ ਦਰੁਸਤ ਕਰ ਸਕਾਂ। ਸੋ ਇਸ ਕਰਕੇ ਬਰਾਏ ਮਿਹਰਬਾਨੀ ਮੈਨੂੰ ਇਹ ਇੰਚਾਰਜੀ ਜਿਹੜੀ ਹੈ ਨਾ ਇਹਦੇ ਤੋਂ ਫਾਰਗ ਕੀਤਾ ਜਾਵੇ, ਤਾਂ ਕਿ ਮੈਂ ਉੱਤਰਾਖੰਡ ਦੇ ਵਿੱਚ ਜਿਹੜੀਆਂ ਚੋਣਾਂ ਆ, ਯਾਨੀ ਕਿ ਮੈਂ ਇੱਥੇ ਬਹੁਤ ਰੁੱਝਿਆ ਹੋਇਆ, ਮੈਂ 2 ਸੂਬਿਆਂ ਦਾ ਇੰਚਾਰਜ ਨਹੀਂ ਬਣ ਸਕਦਾ। ਤੇ ਦੂਜੇ ਬੰਨੇ ਇਹ ਆ ਬਈ ਨਵਜੋਤ ਸਿੰਘ ਸਿੱਧੂ, ਜਿੱਦਾਂ ਪਹਿਲਾਂ ਤੁਸੀਂ ਕਿਹਾ ਬਿਲਕੁਲ ਠੀਕ ਆ ਕਿ ਬਹੁਤੇ ਲੋਕੀ ਇਦਾਂ ਕਹਿਣ ਲੱਗ ਪੈਂਦੇ ਆ ਵੀ ਉਹ ਜੀ ਇੰਨੀ ਵਾਰੀ ਪਾਰਲੀਮੈਂਟ ਦਾ ਮੈਂਬਰ ਰਿਹਾ। ਪਾਰਲੀਮੈਂਟ ਦਾ ਮੈਂਬਰ ਰਹਿਣ ਨਾਲ ਸਿਆਸਤ ਨਹੀਂ ਆ ਜਾਂਦੀ। ਸਿਆਸੀ ਨੇਤਾ ਹੋਰ ਗੱਲ ਹੋਣੀ ਆ ਤੇ ਕੋਈ ਚੁਣਿਆ ਜਾਣਾ ਜਿਹੜਾ ਹੋਰ ਗੱਲ ਹੁੰਦੀ ਆ। ਚੁਣਿਆ ਤੇ ਇੱਕ ਵਾਰੀ ਆਪਣੇ ਸੰਤ ਫਤਿਹ ਸਿੰਘ ਦਾ ਡਰਾਈਵਰ ਹੁੰਦਾ ਸੀਗਾ ਕਿੱਕਰ ਸਿੰਘ, ਉਹ ਵੀ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਸੀਗਾ। ਧਿਆਨ ਸਿੰਘ ਮੰਡਰ ਹੀ ਬਣ ਗਏ ਜੀ, ਉਹ ਰਤਿੰਦਰਪਾਲ ਸਿੰਘ ਖਾਲਿਸਤਾਨੀ ਬਣ ਗਿਆ, ਜਿਨ੍ਹਾਂ ਦਾ ਕੋਈ ਬਹੁਤ ਲੋਕ ਬਣ ਗਏ ਸੀਗੇ। ਮੇਰਾ ਮਤਲਬ ਕਹਿਣ ਦਾ ਇਹ ਆ ਕਿ ਇਹ ਨਵਜੋਤ ਸਿੱਧੂ ਦੀ ਇਹ ਮੈਚੁਰਿਟੀ ਸੀਗੀ ਕਿ ਉਹਨੇ ਇੰਨੀ ਛੇਤੀ ਜਿਹੜਾ ਉਹ ਤੇਜ਼ ਰਫ਼ਤਾਰ ਫੜ ਲਈ ਕਿ ਫਟਾਫਟ ਹੁਣ ਜਦੋਂ ਪਹਿਲਾਂ ਪ੍ਰਧਾਨ ਬਣਿਆ ਉਦੋਂ ਸ਼ੁਰੂ ਕਰਤਾ ਨਾਲ ਹੀ ਬਈ ਹੁਣ ਇਦਾਂ ਕਰੀਏ ਵੀ ਇਹਨੂੰ ਹਟਾ ਕੇ ਨਾ ਅਮਰਿੰਦਰ ਸਿੰਘ ਨੂੰ ਤੇ ਆਪਾਂ ਫਟਾਫਟ ਬਣ ਜਾਈਏ ਚੀਫ ਮਿਨਿਸਟਰ। ਤੇ ਉਹਦੇ ਵਿੱਚ ਜਿਹੜੇ ਸਲਾਹਕਾਰ ਵੀ ਲਾਏ ਆ ਨਾ, ਉਹ ਵੀ ਉਹਨੇ ਕੋਈ ਸੋਚ ਸਮਝ ਕੇ ਨਹੀਂ ਲਾਏ। ਤੇ ਮੈਨੂੰ ਲੱਗਦਾ ਇਹ ਆ ਵੀ ਉਹਨਾਂ ਦੀ ਕੰਸੈਂਟ ਵੀ ਪਤਾ ਨਹੀਂ ਲਈ ਕਿ ਨਹੀਂ ਲਈ, ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ, ਕਿਉਂਕਿ ਜਿਹੜਾ ਇੱਕ ਸਲਾਹਕਾਰ ਪਹਿਲਾਂ ਹਟ ਗਿਆ ਸੀਗਾ ਉਹਦਾ ਮਤਲਬ ਇਹੋ ਹੀ ਸੀਗਾ ਕਿ ਉਹਨੂੰ ਪਹਿਲਾਂ ਨਹੀਂ ਕਾਨਫੀਡੈਂਸ 'ਚ ਲਿਆ ਹੋਣਾ। ਹੁਣ ਜਿਹੜੀ ਮਾਲੀ ਵਾਲੀ ਗੱਲ ਆ ਜੀ, ਮਾਲੀ ਇੱਕ ਸੁਤੰਤਰ ਪੱਤਰਕਾਰ ਹੈਗਾ, ਡਾਕਟਰ ਪਿਆਰੇ ਲਾਲ ਗਰਗ ਜਿਹੜੇ ਆ ਉਹ ਇੱਕ ਸੋਸ਼ਲ ਸਾਇੰਟਿਸਟ ਨੇ, ਡਾਕਟਰ ਵੀ ਨੇ, ਔਰ ਜਿਹੜੇ ਮਸਲੇ ਨੇ ਸਾਡੇ ਪੰਜਾਬ ਦੇ ਦੁਨੀਆ ਦੇ ਉਹਨਾਂ ਨਾਲ ਵਾਬਸਤਾ ਨੇ। ਉਹਨਾਂ ਤੇ ਤਾਂ ਬਹੁਤੀ ਗੱਲ ਨਹੀਂ ਆਈ, ਜ਼ਿਆਦਾ ਗੱਲ ਆਈ ਹੈਗੀ ਆ ਮਲਵਿੰਦਰ ਸਿੰਘ ਮਾਲੀ ਤੇ, ਕਿਉਂਕਿ ਮਲਵਿੰਦਰ ਮਾਲੀ ਨੇ 2-3 ਗੱਲਾਂ ਐਸੀਆਂ ਕਰ ਦਿੱਤੀਆਂ ਜਿਨ੍ਹਾਂ ਦੇ ਵਿੱਚ ਇੱਕ ਤਾਂ ਜਿਹੜਾ ਕਿ ਉਹ ਉਹਨਾਂ ਦੇ ਫੇਸਬੁੱਕ ਪੇਜ ਤੇ ਕਵਰ ਲੱਗਾ ਵੀ ਇੰਦਰਾ ਗਾਂਧੀ ਜਿਹੜੀ ਆ ਉਹਨੇ ਖੋਪੜੀਆਂ ਦੇ ਉੱਤੇ ਖੜੀ ਆ ਤੇ ਸੰਗੀਨ ਦੇ ਉੱਤੇ ਉਹ ਕਾਰਟੂਨ ਟਾਈਪ ਹੈਗਾ, ਸਕੈਚ ਆ,
ਤੇ ਇਹ ਹੁਣ ਦੇਖੋ ਨਾ, ਜਿਹੜੀ ਕਾਂਗਰਸ ਹੈ ਇਸ ਵੇਲੇ, ਕਾਂਗਰਸ ਤਾਂ ਇੰਦਰਾ ਗਾਂਧੀ ਦੇ ਪਰਿਵਾਰ ਦੀ ਕਾਂਗਰਸ ਆ, ਤੇ ਉਹ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਆ ਕਿ ਬਈ ਸਾਡੀ ਮਤਲਬ ਜਿਹੜੀ ਸਾਡੀ ਸਰਪ੍ਰਸਤ ਸੀਗੀ, ਜਿਹਨੇ ਸਾਨੂੰ ਇਹ ਸਾਰਾ ਕੁਝ ਦਿੱਤਾ ਆ, ਉਹਦੇ ਸੰਬੰਧ 'ਚ ਇਦਾਂ ਕੀਤਾ ਜਾਵੇ। ਫਿਰ ਕਾਂਗਰਸ ਦਾ ਸਟੈਂਡ ਜਿਹੜਾ ਉਹ ਜੰਮੂ ਕਸ਼ਮੀਰ ਬਾਰੇ ਇਹ ਆ ਵੀ ਇਹ ਅਨਿੱਖੜਵਾਂ ਅੰਗ ਆ ਭਾਰਤ ਦਾ, ਤੇ ਮਾਲੀ ਉਹਨਾਂ ਨੇ ਕਿਹਾ ਵੀ ਇਹ ਕਸ਼ਮੀਰੀ ਲੋਕਾਂ ਦਾ ਅਧਿਕਾਰ ਆ ਵੀ ਉਹ ਜਿੱਧਰ ਉਹਨਾਂ ਦਾ ਜੀ ਕਰੇ ਉਹ ਜਾਣ। ਤੀਸਰੀ ਗੱਲ ਜਿਹੜੀ ਜ਼ਿਆਦਾ ਚੁਭਣ ਵਾਲੀ ਸੀਗੀ, ਉਹ ਮਾਲੀ ਹੋਰਾਂ ਨੇ ਕਰ ਦਿੱਤੀ। ਅਮਰਿੰਦਰ ਸਿੰਘ ਦੀ ਜਿਹੜੀ ਇੱਕ ਗੈਸਟ ਠਹਿਰੀ ਆ ਪਾਕਿਸਤਾਨ ਤੋਂ ਆ ਕੇ, ਮਹਿਲਾ ਮਿੱਤਰ, ਉਹਦੇ ਹਾਂਜੀ ਮਹਿਲਾ ਮਿੱਤਰ, ਮੈਂ ਕਿਹਾ ਸ਼ਬਦ ਨਹੀਂ ਲੱਭ ਰਿਹਾ ਲੱਗਦਾ, ਮਹਿਲਾ ਮਿੱਤਰ। ਅਸੀਂ ਹੁਣ ਆਉਂਦਾ ਯਾਰ ਬਹੁਤਾ ਯਾਨੀ ਪਰਸਨਲ ਗੱਲ ਨਹੀਂ ਕਰ ਸਕਦੇ, ਪਰ ਇਹ ਠੀਕ ਹੈ ਤੁਹਾਡੀ ਗੱਲ, ਇਹ ਸ਼ਬਦ ਕਿਹਾ ਜਾ ਸਕਦਾ ਜਿਹਨੂੰ ਅੰਗਰੇਜ਼ੀ 'ਚ ਗਰਲ ਫਰੈਂਡ ਕਹਿੰਦੇ ਆ, ਤੇ ਪੰਜਾਬੀ 'ਚ ਆਪਾਂ ਮਹਿਲਾ ਮਿੱਤਰ ਹੀ ਕਵਾਂਗੇ। ਹਾਂਜੀ ਹਾਂਜੀ। ਉਹ ਮਹਿਲਾ ਮਿੱਤਰ ਦੇ ਸੰਬੰਧ ਦੇ ਵਿੱਚ ਵੀ ਗੱਲ ਕਰ ਦਿੱਤੀ। ਤੇ ਇੱਕ ਹੋਰ ਗੱਲ ਮਾਲੀ ਨੇ ਜਿਹੜੀ ਆ ਨਾ, ਉਹ ਬੜੀ, ਵੈਸੇ ਕਾਹੋ ਸਾਹਿਬ, ਮੇਰੇ ਖਿਆਲ ਗਰਲ ਫਰੈਂਡ ਪੂਰਾ ਢੁਕਵਾ ਨਹੀਂਗਾ, ਲੇਡੀ ਫਰੈਂਡ ਕਹਿਣਾ ਚਾਹੀਦਾ। ਨਹੀਂ, ਜੇ ਹੁਣ ਉਹ ਮੁੰਡਾ ਆ ਤੇ ਫਿਰ ਕੁੜੀ ਹੋ ਸਕਦੀ ਆ ਨਾ। ਨਹੀਂ ਨਹੀਂ, ਮੁੰਡਾ ਤੇ ਕੁੜੀ ਹੋ ਸਕਦੀ ਆ। ਸਰ ਜੀ ਮੇਰਾ ਕਹਿਣ ਦਾ ਭਾਵ ਸਿਰਫ ਇਹਨਾਂ ਕਿ ਏਜ ਫੈਕਟਰ ਵੀ ਕੁਝ ਹੁੰਦਾ ਨਾ, ਗਰਲ ਹੁੰਦੀ ਵੀ ਕੋਈ ਲਿਮਿਟ ਹੁੰਦੀ ਹੈ ਨਾ, ਮੁੜ ਕੇ ਤੇ ਉਹ ਲੇਡੀ ਫਰੈਂਡ ਕਹਿ ਸਕਦੇ ਹੋ ਤੁਸੀਂ। ਜਦੋਂ ਉਹਨਾਂ ਦੀ ਜਿਹੜੀ ਮਤਲਬ ਕਾਰਕਰਦਗੀ ਆ ਉਹ ਬॉय ਤੇ ਗਰਲ ਵਾਲੀ ਆ, ਤੇ ਉਹ ਤਾਂ ਫਿਰ ਤੇ ਆਪਾਂ ਇਦਾਂ ਕਵਾਂਗੇ। ਚਲੋ ਖੈਰ, ਉਹਨੇ ਜਿਹੜੀ ਇੱਕ ਹੋਰ ਗੱਲ ਇੰਕਸ਼ਾਫ ਕੀਤਾ ਨਾ ਗਿੱਲ ਸਾਹਿਬ, ਉਹ ਕਹਿੰਦਾ ਬਈ 80 ਤੋਂ 90 ਦੇ ਦਰਮਿਆਨ ਜਿਹੜਾ ਦਹਾਕਾ ਸੀਗਾ ਨਾ, ਉਹਦੇ ਵਿੱਚ ਮੈਨੂੰ ਪੁਲਿਸ ਨੇ ਫੜਿਆ ਤੇ ਲੱਡਾ ਕੋਠੀ ਲੈ ਗਏ। ਲੱਡਾ ਕੋਠੀ ਦਾ ਤੁਹਾਨੂੰ ਪਤਾ ਹੀ ਆ ਬਈ, ਜਿੱਦਾਂ ਬਟਾਲੇ ਬੀਕੋ ਸੀ, ਬਿਲਕੁਲ ਬਿਲਕੁਲ ਤਸ਼ੱਦਦ ਦਾ ਕੇਂਦਰ ਜੀ, ਨਾਭੇ ਲੱਗੇ ਮੇਰੇ ਖਿਆਲ ਹੈਗੇ। ਹਾਂਜੀ, ਟਾਰਚਰ ਸੈੱਲ ਸੀਗਾ, ਧੂਰੀ ਦੇ ਲਾਗੇ ਆ। ਹਾਂਜੀ, ਤੇ ਉੱਥੇ ਕਹਿੰਦੇ ਬਈ ਮੈਨੂੰ ਬਹੁਤ ਜ਼ਲੀਲ ਕੀਤਾ ਗਿਆ, ਨੰਗਾ ਕੀਤਾ ਗਿਆ, ਪੁੱਠਾ ਲਟਕਾਇਆ ਗਿਆ, ਔਰ ਸਵਾਲ ਮੈਨੂੰ ਬਾਰ-ਬਾਰ ਇਹ ਕੀਤਾ ਗਿਆ ਕਿ ਤੂੰ ਇਹ ਦੱਸ ਵੀ ਤੂੰ ਗੁਰਜੰਟ ਸਿੰਘ ਰਾਜਸਥਾਨੀ ਦੀ ਮੁਲਾਕਾਤ ਅਮਰਿੰਦਰ ਸਿੰਘ ਨਾਲ ਕਦੋਂ ਕਰਾਈ ਸੀਗੀ। ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ। ਤੇ ਫਿਰ ਉਹ ਆਪਸ 'ਚ ਗੱਲ ਕਰਨ, ਪੁਲਿਸ ਵਾਲੇ ਜਿਹੜੇ ਟਾਰਚਰ ਕਰਦੇ ਸੀ, ਉਹ ਤੁਸੀਂ ਕਿਹੜੇ ਮਾਲੀ ਨੂੰ ਫੜ ਲਿਆਏ ਜੇ, ਇਹ ਤੇ ਉਹ ਮਾਲੀ ਹੈ ਹੀ ਨਹੀਂਗਾ। ਜਿਹੜੇ ਮਾਲੀ ਨੇ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਾਈ ਸੀਗੀ ਗੁਰਜੰਟ ਸਿੰਘ ਰਾਜਸਥਾਨੀ ਦੀ, ਇਹ ਉਹ ਮਾਲੀ ਥੋੜਾ ਆ। ਸੋ ਮਾਲੀ ਇਹ ਕਹਿੰਦਾ ਵੀ ਇਹਦਾ ਮਤਲਬ ਇਹ ਆ ਕਿ ਕਿਸੇ ਮਾਲੀ ਨਾਂ ਦੇ ਬੰਦੇ ਨੇ ਉਸ ਵੱਡੇ ਅੱਤਵਾਦੀ ਦੀ ਮੁਲਾਕਾਤ ਜਿਹੜੀ ਆ ਉਹ ਅਮਰਿੰਦਰ ਸਿੰਘ ਹੋਰਾਂ ਨਾਲ ਕਰਾਈ ਆ। ਸੋ ਇੱਕ ਤਰੀਕੇ ਨਾਲ ਬਹੁਤ ਸਾਰੇ ਯਾਨੀ ਅਟੈਕ ਜਿਹੜੇ ਹੈਗੇ ਆ ਉਹ ਅਮਰਿੰਦਰ ਸਿੰਘ ਦੇ ਉੱਤੇ ਇੱਕੋ ਵੇਲੇ ਹੀ ਮਲਵਿੰਦਰ ਮਾਲੀ ਨੇ ਕਰ ਦਿੱਤੇ। ਸੋ ਇਸ ਕਰਕੇ ਸ਼ਿਕਾਇਤ ਵੀ ਹੋਈ ਹਾਈ ਕਮਾਂਡ ਕੋਲ, ਤੇ ਉਹਨਾਂ ਨੇ ਕੁਦਰਤੀ ਤੌਰ ਦੇ ਉੱਤੇ ਇਸ ਗੱਲ ਤੇ ਇਤਰਾਜ਼ ਕੀਤਾ ਹੋਊਗਾ ਕਿ ਬਈ ਇਹੋ ਜਿਹੇ ਜਿਹੜੇ ਹੈਗੇ ਆ, ਇਹਦੇ 'ਚ ਵੀ ਮੇਰਾ ਖਿਆਲ ਆ ਵੀ ਜਲਦਬਾਜ਼ੀ ਕੀਤੀ ਗਈ ਆ। ਕੋਈ ਮਤਲਬ ਸਹਿਜ ਭਾਅ ਨਾਲ ਜਦੋਂ ਸਿੱਧੂ ਸਾਹਿਬ ਦੇ ਮਨ 'ਚ ਆ ਹੀ ਗਿਆ ਵੀ ਮੈਂ ਹੁਣ ਫਟਾਫਟ ਮੁੱਖ ਮੰਤਰੀ ਬਣਨਾ ਆ, ਤੇ ਜਿਹੜੇ ਇੰਕਸ਼ਾਫ ਵੀ ਆ ਨਾ, ਉਹ ਵੀ ਸੋਚ ਸਮਝ ਕੇ ਕਰਨੇ ਚਾਹੀਦੇ ਆ, ਵੇਲੇ ਸਿਰ ਕਰਨੇ ਚਾਹੀਦੇ ਆ, ਜਦੋਂ ਉਹਨਾਂ ਦਾ ਕੋਈ ਲਾਭ ਹੋ ਸਕੇ। ਸੋ ਮੈਂ ਸਮਝਣਾ ਵੀ ਟਾਈਮਿੰਗ ਸਿਆਸਤ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ ਜੀ। ਟਾਈਮਿੰਗ ਤੋਂ ਜਦੋਂ ਬੰਦਾ ਖੁੰਝ ਜਾਂਦਾ ਨਾ ਜੀ, ਫਿਰ ਉਹ ਹੱਥ ਮਲਦਾ ਰਹਿ ਜਾਂਦਾ ਆ। ਜ਼ਿਆਦਾ ਕਾਹਲੀ ਤੇ ਜ਼ਿਆਦਾ ਦੇਰੀ, ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਨੁਕਸਾਨ ਪਹੁੰਚਾ ਦਿੰਦੀਆਂ ਨੇ। ਬਿਲਕੁਲ ਠੀਕ ਹੈ। ਆਪਣੇ ਕਾਲੋ ਸਾਹਿਬ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਉਹ ਮਾਲਵਿੰਦਰ ਸਿੰਘ ਨੇ ਕਿਹਾ ਕਿ ਉਹ ਮਾਲੀ ਕੋਈ ਹੋਰ ਸੀਗਾ, ਇਹਦਾ ਮਤਲਬ ਹੈ ਕਿ ਪੰਜਾਬ ਵਿੱਚ ਇਕੱਲੇ ਮਾਲਵਿੰਦਰ ਮਾਲੀ ਦੀ ਮਾਲੀ ਨਹੀਂ ਹੈ, ਹੋਰ ਮਾਲੀਆਂ ਵਾਲੇ ਵੀ ਲੋਕ ਹੈਗੇ ਆ। ਪਤਾ ਨਹੀਂ ਕਿਹੜਾ ਮਾਲੀ ਨਿਕਲਾਉਣਾ ਹੋਰ ਉਹਦੇ 'ਚ ਜੀ। ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਕਿ ਸਾਡੇ ਸਪੋਰਟਸ ਕਾਲਜ ਦੇ ਵਿੱਚ ਨਾ ਬਾਸਕਟਬਾਲ ਦੇ ਕੋਚ ਹੁੰਦੇ ਸੀਗੇ ਅਵਤਾਰ ਸਿੰਘ ਤਾਰੀ। ਹਾਂਜੀ। ਤੇ ਉਹਨਾਂ ਨੇ ਨਾ ਖੇਡਾਂ ਦੇ ਮਾਮਲੇ 'ਚ ਕਿਤੇ ਕੋਈ ਬਾਹਰ ਦਾ ਵੀਜ਼ਾ ਲੱਗਾ ਸੀਗਾ ਉਹਦਾ, ਤੇ ਉਹਨਾਂ ਨੇ ਜਾਣਾ ਸੀਗਾ, ਤੇ ਉਹਨਾਂ ਨੂੰ 에ਅਰਪੋਰਟ ਤੇ ਰੋਕ ਲਿਆ। ਉਹ ਕਹਿੰਦੇ ਵੀ ਮੈਨੂੰ ਕਿਉਂ ਰੋਕਦੇ ਆ? ਕਹਿੰਦੇ ਜੀ ਤੁਹਾਡਾ ਤੇ ਨਾਂ ਬਹੁਤ ਵੱਡੇ ਅੱਤਵਾਦੀਆਂ ਦੀ ਲਿਸਟ ਦੇ ਵਿੱਚ ਆ। ਤੇ ਕਹਿੰਦਾ ਵੀ ਉਹਨਾਂ ਨੇ ਮੈਨੂੰ ਲਿਸਟ ਦਿਖਾਈ ਤੇ ਉਹਦੇ 'ਚ ਕਿੰਨੇ ਸਾਰੇ ਤਾਰੀ ਸੀਗੇ। ਸੋ ਇਸ ਕਰਕੇ ਜੀ ਇਹ ਮਲਵਿੰਦਰ ਸਿੰਘ ਹੋਣਾ ਕੋਲ ਇਕੱਲੀ ਮਾਲੀ ਨਹੀਂ ਗੀ। ਵਾਕਿਆ ਤੁਹਾਡੀ ਗੱਲ ਠੀਕ ਆ ਕਿ ਹੋਰਨਾਂ ਕੋਲ ਵੀ ਮਾਲੀਆਂ ਹੋਣਗੀਆਂ। ਸੋ ਇਹ ਗੱਲਾਂ ਸੀਗੀਆਂ ਜੀ ਜਿਨ੍ਹਾਂ ਕਰਕੇ ਨਾ ਜ਼ਿਆਦਾ ਕਲੇਸ਼ ਪਿਆ ਹੈਗਾ, ਮਤਲਬ ਜਿਹਦੇ ਕਰਕੇ ਹੁਣ ਇਸ ਵੇਲੇ ਸਿੱਧੂ ਦੀ ਟੀਮ ਜਿਹੜੀ ਆ, ਮੈਨੂੰ ਲੱਗਦਾ ਉਹ ਇਸ ਵੇਲੇ
ਬੈਕਫੁੱਟ ਤੇ ਆ ਇਸ ਵੇਲੇ, ਉਹ ਬੈਕਫੁੱਟ ਤੇ ਲੱਗਦੇ ਆ। ਇਹ ਕੋਈ ਪਤਾ ਨਹੀਂ ਲੱਗਦਾ ਜੀ ਦਿਨ ਪ੍ਰਤੀ ਦਿਨ ਕੀ ਹੁੰਦਾ। ਵੈਸੇ ਹੁਣ ਹਾਲਾਤ ਇਹ ਬਣ ਗਏ ਆ ਕਾਲੂ ਸਾਹਿਬ, ਮੈਨੂੰ ਲੱਗਦਾ ਹੈ ਕਿ ਜਿੱਦਾਂ ਹੁੰਦਾ ਨਾ, ਕਹਿੰਦੇ ਕਿ ਜਦੋਂ ਇਦਾਂ ਦੀ ਕੋਈ ਹਾਲਾਤ ਹੋ ਜਾਣ ਤੇ ਕੋਈ ਸਿਆਣਾ ਬੰਦਾ ਆਪਣੀ ਇੱਜ਼ਤ ਬਚਾ ਕੇ ਪਾਸੇ ਹੋ ਜਾਂਦਾ। ਘੱਟੋ ਘੱਟ ਪਿਆਰੇ ਲਾਲ ਗਰਗ ਨੂੰ ਤੇ ਆਪਣੇ ਆਪ ਹੀ ਕਹਿ ਦੇਣਾ ਚਾਹੀਦਾ ਕਿ ਮੈਂ ਇਸ ਕਲਾ ਕਲੇਸ਼ 'ਚ ਨਹੀਂ ਪੈਂਦਾ ਭਾਈ, ਮੈਂ ਇੰਡੀਪੈਂਡੈਂਟ ਆਪਣੀ ਰਾਏ ਰੱਖਣ ਵਾਲਾ ਬੰਦਾ ਆ, ਮੈਂ ਆਪਣੇ ਸਲਾਹਕਾਰ ਦੇ ਅਹੁਦੇ ਤੋਂ ਆਪ ਹੀ ਮੁਕਤ ਹੋਣਾ, ਸ਼ਰਤ ਇਹ ਕਹਿ ਕੇ ਉਹਨਾਂ ਨੂੰ ਹਾਈ ਕਮਾਂਡ ਜਲੀਲ ਕਰਕੇ ਕੱਢੇ। ਮਾਲੀ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ, ਆਪਾਂ ਸੈਚਰਡੇ ਕੋਸ਼ਿਸ਼ ਕਰਾਂਗੇ ਮਾਲੀ ਸਾਹਿਬ ਨਾਲ ਗੱਲ ਕਰਨ ਦੀ, ਪਰ ਘੱਟੋ ਘੱਟ ਪਿਆਰੇ ਲਾਲ ਗਰਗ ਨੂੰ ਆਪਣੇ ਆਪ ਵਿਡਰਾ ਕਰ ਲੈਣਾ ਚਾਹੀਦਾ ਆਪਣਾ ਨਾਂ ਵੀ ਮੈਂ ਇਸ ਤਰ੍ਹਾਂ ਦੀ ਕੋਈ ਸਲਾਹ ਦੇਣ ਦੇ ਸਮਰੱਥ ਨਹੀਂ ਆ ਜਿਹੜਾ ਮੈਂ ਪਾਬੰਦੀਆਂ 'ਚ ਰਹਿ ਕੇ ਦੇ ਸਕਾਂ, ਤੇ ਉਹ ਆਪਣੀ ਇੱਜ਼ਤ ਬਚਾ ਕੇ ਆਪਣੇ ਆਪ ਲਾਂਭੇ ਹੋ ਜਾਣ। ਕੱਲ ਨੂੰ ਹਾਈ ਕਮਾਂਡ ਆਰਡਰ ਕਰ ਦੂਗੇ ਸਾਡੇ ਕੁਝ ਨਹੀਂ ਲੱਗਦੇ ਤੇ ਫਿਰ ਥੋੜੀ ਬੇਇੱਜ਼ਤੀ ਜੀ ਵਾਲੀ ਗੱਲ ਹੋ ਜਾਊਗੀ। ਇਹ ਗੱਲ ਤਾਂ ਬਿਲਕੁਲ ਠੀਕ ਹੈ ਜੀ। ਡਾਕਟਰ ਪਿਆਰੇ ਲਾਲ ਗਰਗ ਦਾ ਜਿਹੜਾ ਵਕਾਰ ਆ ਨਾ ਸਮਾਜ ਦੇ ਵਿੱਚ, ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜੀ ਪੰਜਾਬੀ ਕਮਿਊਨਿਟੀ ਆ ਉਹਨਾਂ ਦਾ ਬਹੁਤ ਰਿਗਾਰਡ ਕਰਦੀ ਆ, ਔਰ ਉਹ ਰਿਗਾਰਡ ਦੇ ਕਾਬਿਲ ਵੀ ਨੇ ਜੀ। ਤੇ ਇਹ ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਉਹਨਾਂ ਨੇ ਤਾਂ ਉਦੋਂ ਵੀ ਕਿਹਾ ਸੀਗਾ ਕਿ ਮੈਂ ਨਾ ਤਾਂ ਕਾਂਗਰਸ ਦੇ ਦਫ਼ਤਰ ਜਾਵਾਂਗਾ, ਨਾ ਉਹਨਾਂ ਦੀ ਕੋਈ ਵਹੀਕਲ ਯੂਜ਼ ਕਰਾਂਗਾ, ਨਾ ਕੋਈ ਪੈਸਾ ਲਵਾਂਗਾ, ਜੇ ਕੋਈ ਮੈਨੂੰ ਪੁੱਛਣਗੇ ਤਾਂ ਮੈਂ ਸਲਾਹ ਦੇ ਦਿਆ ਕਰਾਂਗਾ। ਇਹ ਸਟੈਂਡ ਤਾਂ ਉਹਨਾਂ ਦਾ ਲਗਭਗ ਠੀਕ ਸੀਗਾ। ਪਰ ਹੁਣ ਜਿਹੜੇ ਹਾਲਾਤ ਬਣ ਗਏ ਉਹਦੇ 'ਚ ਉਹਨਾਂ ਨੂੰ ਵਾਕਿਆ ਹੀ ਇਹ ਕਹਿ ਦੇਣਾ ਚਾਹੀਦਾ ਆ ਕਿ ਦੇਖੋ ਜੀ ਗੱਲ ਇੱਦਾਂ ਆ ਬਈ ਮੈਨੂੰ ਸਿੱਧੂ ਸਾਹਿਬ ਨੇ ਲਾਇਆ ਸਲਾਹਕਾਰ, ਚਲੋ ਉਹਨਾਂ ਦੀ ਮਿਹਰਬਾਨੀ ਆ, ਪਰ ਮੈਂ ਇੱਦਾਂ ਦੀਆਂ ਪਾਬੰਦੀਆਂ ਦੇ ਵਿੱਚ ਰਹਿ ਕੇ ਨਹੀਂ ਵਿਚਰ ਸਕਦਾ। ਮੈਂ ਪੰਜਾਬ ਦੇ ਭਲੇ ਦੇ ਜਿਹੜੇ ਸੁਝਾਅ ਹੈਗੇ ਆ ਉਹ ਆਪਣੇ ਤੌਰ ਤੇ ਦਿੰਦਾ ਹੀ ਰਹਿੰਦਾ ਹੈ ਆਲਰੇਡੀ। ਜਦੋਂ ਉਹ ਸਿਹਤ ਸੇਵਾਵਾਂ ਦੀ ਗੱਲ ਕਰਦੇ ਆ, ਹੈਲਥ ਸਰਵਿਸਿਜ਼ ਦੀ ਗੱਲ ਕਰਦੇ ਆ, ਕਿਸਾਨੀ ਸੰਕਟ ਦੀ ਗੱਲ ਕਰਦੇ ਆ, ਤਾਂ ਉਹ ਇੱਕ ਤਰੀਕੇ ਨਾਲ ਸਲਾਹ ਹੀ ਦਿੰਦੇ ਆ ਵੀ ਇਹ ਜਿਹੜਾ ਵਿਗੜ ਗਿਆ ਢਾਂਚਾ ਹੈਗਾ ਠੀਕ ਹੋਣਾ ਚਾਹੀਦਾ। ਤੇ ਠੀਕ ਕਰਨਾ ਕਿੰਨੇ, ਠੀਕ ਤਾਂ ਗਵਰਨਮੈਂਟ ਨੇ ਕਰਨਾ ਨਾ, ਤੇ ਗਵਰਨਮੈਂਟ ਨੂੰ ਸਲਾਹ ਹੀ ਦਿੰਦੇ ਆ ਉਹ। ਸੋ ਵਾਕਿਆ ਹੀ ਮੈਂ ਤੁਹਾਡੇ ਨਾਲ ਸਹਿਮਤ ਆ ਕਿ ਬਈ ਉਹ ਬਿਹਤਰ ਇਹ ਆ ਕਿ ਉਹ ਇੱਜ਼ਤ ਬਚਾ ਕੇ ਉਹਨਾਂ ਦਾ ਜਿਹੜਾ ਵਕਾਰ ਹੈਗਾ ਉਹਨੂੰ ਧਿਆਨ 'ਚ ਰੱਖਦੇ ਹੋਏ ਇਹ ਕਹਿ ਦੇਣ ਵੀ ਭਾਈ ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂ। ਇਹ ਸਿਆਣਪ ਮੇਰੇ ਖਿਆਲ ਮਾਲੀ ਸਾਹਿਬ ਨੂੰ ਵੀ ਕਰ ਲੈਣੀ ਚਾਹੀਦੀ ਆ। ਉਹ ਵੀ ਮਤਲਬ ਹੁਣ ਮਤਲਬ ਕਾਫੀ ਦੇਰ ਤੋਂ ਸਿਆਸਤ 'ਚ ਨੇ, ਜੋ ਨਕਸਲਾਈਟ ਮੂਵਮੈਂਟ ਤੋਂ ਸ਼ੁਰੂ ਹੋ ਕੇ ਉਹਨਾਂ ਨੇ ਵੀ ਬਥੇਰੇ ਪੱਤਣ ਤਰੇ ਨੇ, ਅਕਾਲੀਆਂ ਦੇ ਵੀ ਰਹੇ ਨੇ ਸਲਾਹਕਾਰ। ਹਰਚਰਨ ਸਿੰਘ ਜਿਹੜੇ ਹੁੰਦੇ ਸੀ ਇਹਨਾਂ ਦੇ ਮੀਡੀਆ ਐਡਵਾਈਜ਼ਰ, ਉਹਦੇ ਨਾਲ ਵੀ ਉਹ ਸਲਾਹਕਾਰ ਵਜੋਂ ਰਹੇ ਨੇ ਲੰਬਾ ਸਮਾਂ। ਕੈਪਟਨ ਸਾਹਿਬ ਨਾਲ ਵੀ ਸਲਾਹ ਕਰ ਰਹੇ ਜੀ ਟੀਮ 'ਚ, ਜਿਹੜੇ ਕਿ ਭਰਤਿੰਦਰ ਚਾਹਲਰਾਂ ਦੀ ਪਿਛਲੀ ਟੀਮ ਹੁੰਦੀ ਉਹਦੇ ਵਿੱਚ ਵੀ ਰਹੇ ਆ। ਸਾਰੇ ਪਾਸੇ ਮਤਲਬ ਕਈ ਪੱਤਰਾਂ ਦੇ ਤਾਰੂ ਨੇ, ਉਹ ਚੀਜ਼ਾਂ ਸਮਝਦੇ ਨੇ। ਉਹਨਾਂ ਨੂੰ ਵੀ ਸ਼ਾਇਦ ਇਸ ਵੇਲੇ ਪਾਸਾ ਵੱਟ ਲੈਣ 'ਚ ਹੀ ਬਿਹਤਰੀ ਆ ਮੈਨੂੰ ਲੱਗਦਾ। ਇਹ ਠੀਕ ਗੱਲ ਹੈ ਜੀ, ਪਰ ਮੈਨੂੰ ਲੱਗਦਾ ਇਹ ਆ ਵੀ ਕਿਉਂਕਿ ਸਿੱਧੂ ਸਾਹਿਬ ਨੂੰ ਇਹ ਸੀਗਾ ਵੀ ਜਿਹੜੇ ਇਹਨਾਂ ਕੋਲ ਭੇਤ ਨੇ, ਜਿਹੜੇ ਆ ਦੋ ਤਿੰਨ ਉਹਨਾਂ ਨੇ ਖਾਸ ਕਰਕੇ ਜਿਹੜਾ ਅੱਤਵਾਦੀ ਜਿਹੜੇ ਨਾਲ ਅੱਤਵਾਦੀਆਂ ਨਾਲ ਸੰਬੰਧਾਂ ਦੀ ਗੱਲ ਜਿਹੜੀ ਹੈਗੀ ਆ ਕੋਈ ਇਸ ਕਿਸਮ ਦੀ ਵੀ ਸਿੱਧੂ ਸਾਹਿਬ ਸ਼ਾਇਦ ਇਹ ਸਮਝਦੇ ਹੋਣਗੇ ਬਈ ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸ਼ਖਸੀਅਤ ਆ ਉਹਨੂੰ ਢਾਹ ਲੱਗੇਗੀ ਤੇ ਲੋਕਾਂ ਦੇ ਵਿੱਚ ਉਹਨਾਂ ਦਾ ਜਿਹੜਾ ਇਮੇਜ ਹੈਗਾ ਉਹ ਹੋਰ ਵਿਗੜੇਗਾ ਤੇ ਉਹਦਾ ਸਿੱਧਾ ਫਾਇਦਾ ਜਿਹੜਾ ਸਿੱਧੂ ਸਾਹਿਬ ਲੈ ਸਕਣਗੇ। ਪਰ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਹੈਗੀ ਆ ਕਿ ਸਮਾਂ ਉਹਨਾਂ ਨੇ ਠੀਕ ਨਹੀਂ ਚੁਣਿਆ ਤੇ ਇਸ ਕਰਕੇ ਉਹ ਮਾਰ ਖਾ ਗਏ ਨੇ ਜੀ। ਥੋੜਾ ਜਿਹਾ ਪਬਲਿਕ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਸਲਾਹਕਾਰ ਸਿੱਧੂ ਸਾਹਿਬ ਦੇ ਨੇ, ਇਹ ਗੱਲਾਂ ਸਿੱਧੂ ਸਾਹਿਬ ਦੇ ਕੰਨ 'ਚ ਦੱਸ ਦਿੰਦੇ ਤੇ ਜ਼ਿਆਦਾ ਬਿਹਤਰ ਹੁੰਦਾ। ਜੀ ਜੀ ਬਿਲਕੁਲ ਬਾਹਰ ਪ੍ਰੈਸ 'ਚ ਨਾ ਜਾਂਦੀਆਂ, ਸਿੱਧੂ ਸਾਹਿਬ ਦੇ ਕੰਨ 'ਚ ਦੱਸ ਦਿੰਦੇ, ਸਮਾਂ ਹੁਣ ਤੇ ਸਿੱਧੂ ਸਾਹਿਬ ਆਪ ਉਹਨਾਂ ਦਾ ਖੁਲਾਸਾ ਕਰਦੇ ਤੇ ਉਹ ਹੋਰ ਇਫੈਕਟਿਵ ਗੱਲਾਂ ਹੁੰਦੀਆਂ। ਜੇ ਮਤਲਬ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਈ ਬੰਦੂਕ ਕਈ ਵਾਰ ਨਿਸ਼ਾਨਾ ਖੁੰਝ ਵੀ ਜਾਂਦੀ ਹੈ ਨਾ ਜੀ। ਨਹੀਂ, ਪਰ ਮੈਨੂੰ ਲੱਗਦਾ ਇਹ ਆ ਕਿ ਉਹਨਾਂ ਨੇ ਇਹ ਸੋਚਿਆ ਵੀ ਮੈਂ ਆਪ ਜੇ ਕਰਾਂ ਤਾਂ ਉਹ ਇਹ ਲੱਗੇਗਾ ਵੀ ਲੋਕ ਕਹਿਣਗੇ ਵੀ ਇਹ ਤੇ ਕਿਉਂਕਿ ਕੈਪਟਨ ਵਿਰੋਧੀ ਇਸ ਕਰਕੇ ਕਹਿੰਦਾ, ਤੇ ਮਾਲੀ ਕਿਉਂਕਿ ਇੱਕ ਇੰਡੀਪੈਂਡੈਂਟ ਬੰਦਾ ਵੀ ਜੇ ਇਹ ਕਹੂਗਾ ਤਾਂ ਇਹਦੇ ਨਾਲ ਸੋ ਇਹ ਉਹਨਾਂ ਨੇ ਜੋ ਸੋਚਿਆ ਉਹਦੇ ਮੁਤਾਬਕ ਹੋਇਆ ਨਹੀਂਗਾ। ਜੋ ਹੀ ਕਨਸੀਵਡ ਬਟ ਕੁਡ ਨਾਟ ਅਚੀਵ। ਸੋ ਇਹ ਗੱਲ ਹੋਈ ਆ ਕਿ ਉਹ ਇਸ ਤਰੀਕੇ ਨਾਲ ਹੁਣ ਬੈਕਫੁੱਟ ਤੇ ਉਹਨਾਂ ਨੂੰ ਹੋਣਾ ਪਿਆ। ਇਸੇ ਕਰਕੇ ਤੇ ਮੈਂ ਕਿਹਾ ਕਿ ਗੈਰ ਸਿਆਸੀ ਬੰਦੇ ਜਿਹੜੇ ਆ ਸਿਆਸਤ ਵਿੱਚ ਗਲਤੀਆਂ ਵੱਡੀਆਂ ਕਰ ਜਾਂਦੇ ਨੇ। ਕੇਜਰੀਵਾਲ ਦੇ ਆਲਵਾਲਾ ਆ ਜਾਈਏ, ਉਹ ਵੀ ਗੈਰ ਸਿਆਸੀ ਬੰਦੇ ਆ। ਉਹਨਾਂ ਕਿਹਾ ਸੀ ਕਿ ਮਜਬੂਰੀ ਆ ਸਾਡੀ, ਸਾਨੂੰ ਚਿੱਕੜ 'ਚ ਪੋਲਿਟਿਕਸ ਦੇ ਚਿੱਕੜ 'ਚ ਵੜਨਾ ਪੈਣਾ ਤੇ ਚਿੱਕੜ 'ਚ ਵੜ ਕੇ ਇਹਦੀ ਸਫਾਈ ਕਰਨੀ ਆ। ਸਫਾਈ ਕਰਦੇ ਕਰਦੇ ਉਹ ਆਪ ਹੀ ਚਿੱਕੜ 'ਚ ਫਸ ਗਏ ਤੇ ਚਿੱਕੜ ਵਰਗੇ ਹੋ ਗਏ ਲੱਗਦੇ। ਉਹਨਾਂ ਨੂੰ ਨਹੀਂ ਕੁਝ ਸੁੱਝ ਰਿਹਾ ਵੀ ਮੈਂ ਹੁਣ ਕੀ ਕਰਾਂ। ਸਿਆਸਤ
ਜਿਵੇਂ ਐ ਲੱਗਦਾ ਹੈ ਉਹਨਾਂ ਦੇ ਵੱਸ 'ਚ ਨਹੀਂ। ਤੇ ਘੱਟੋ ਘੱਟ ਪੰਜਾਬ ਦੀ ਜਿਹੜੀ ਸਿਆਸਤ ਹੈ, ਜਿਹਦੀ ਸ਼ਬਦ ਵਰਤਦੇ ਹੁੰਦੇ ਆ ਨਾ ਜੀ, ਘੈਂਟ, ਪੰਜਾਬੀ 'ਚ ਘੈਂਟ ਸਿਆਸਤ ਆ ਪੰਜਾਬ ਦੀ, ਤੇ ਉਹ ਜਿਹੜੇ ਗੁਰੂ ਘੰਟਾਲ ਘੈਂਟ ਬੈਠੇ ਆ ਨਾ, ਉਹਨਾਂ ਦੇ ਸਾਹਮਣੇ ਇੱਕ ਮਰੀਏਲ ਜੇ ਬਣੀਏ ਦੀ ਕੋਈ ਗੱਲ ਬਣਦੀ ਨਹੀਂ। ਉਹ ਨਾਰਾ ਵੀ ਲਾਉਂਦੇ ਆ ਤੇ ਉਹ ਨਾਰਾ ਉਦਾਂ ਦਾ ਨਹੀਂ ਬਣਦਾ, ਤੇ ਨਾ ਹੀ ਉਦਾਂ ਦੀ ਕਹਾਣੀ ਬਣਦੀ ਆ, ਤੇ ਨਾ ਹੀ ਉਹ ਪੰਜਾਬ ਦੀ ਨਬਜ਼ ਜਿਹੜੀ ਉਹ ਫੜ ਸਕੇ ਆ। ਅੱਜ ਉਹ ਪਹੁੰਚੇ ਸੇਖਵਾਂ ਹਰਾਂ ਦੇ ਕੋਲ, ਤੇ ਸੇਖਵਾਂ ਸਾਹਿਬ ਕਿੱਡੇ ਕੁ ਕੱਦਾਵਰ ਨੇਤਾ ਨੇ ਜਿਹੜੇ ਬੇੜੀ ਪਾਰ ਲਾ ਦੇਣਗੇ ਆਮ ਆਦਮੀ ਪਾਰਟੀ ਦੀ। ਇਹਦੇ ਤੇ ਤੁਹਾਡੇ ਕਮੈਂਟ ਚਾਹੁੰਦਾ ਮੈਂ। ਤੇ ਕੇਜਰੀਵਾਲ ਸਾਹਿਬ ਵੀ ਮੈਨੂੰ ਐਂ ਲੱਗਦਾ ਕਿ ਅੱਕੀ ਪਲਾਈ ਹੱਥ ਜੇ ਮਾਰ ਰਹੇ ਆ, ਤੇ ਪੱਲੇ ਉਹਨਾਂ ਦੇ ਵੀ ਕੁਝ ਨਹੀਂ ਪੈ ਰਿਹਾ। ਉਹਨਾਂ ਨੂੰ ਦਿਖ ਰਿਹਾ ਵਾ ਕਿ ਜਾਂ ਤੇ ਉਹ ਪੰਜਾਬ ਦੀ ਸਿਆਸਤ ਛੱਡ ਜਾਣਗੇ ਇਸ ਇਲੈਕਸ਼ਨ ਤੋਂ ਬਾਅਦ, ਪੰਜਾਬ ਆਉਣਾ ਜਾਣਾ ਬੰਦ ਵੈਸੇ ਤੇ ਬੰਦ ਉਹਨਾਂ ਪਿਛਲੀ ਇਲੈਕਸ਼ਨ ਤੋਂ ਬਾਅਦ ਵੀ ਕਰਤਾ ਸੀ, ਇੱਕ ਅੱਧੀ ਵਾਰੀ ਦਰਸ਼ਨ ਹੋਏ ਸੀਗੇ, ਤੇ ਭਗਵੰਤ ਮਾਨ ਹੀ ਚਾਰੇ ਪਾਸੇ ਨਜ਼ਰ ਆਉਂਦੇ ਸੀ। ਪਰ ਹੁਣ ਪਿਛਲੇ 15 ਦਿਨਾਂ ਤੋਂ ਭਗਵੰਤ ਰੀ ਵੀ ਕਿਤੇ ਗੁੰਮਸੁੰਮ ਲੱਗਦੇ ਨੇ। ਅੱਜ ਗਏ ਜ਼ਰੂਰ ਨੇ ਸੇਖਵਾਂ ਵਾਲੇ 'ਚ, ਬੋਲੇ ਬਾਲੇ ਕੁਝ ਨਹੀਂ, ਤੇ ਕਿਆਸ ਰਾਈਆਂ ਨੇ ਕਿ ਸਭ ਅੱਛਾ ਭਗਵੰਤ ਮਾਨ ਦੇ ਸਬੰਧਾਂ ਨਾਲ ਵੀ ਨਹੀਂ ਚੱਲ ਰਿਹਾ। ਜਿੱਥੋਂ ਤੱਕ ਕੇਜਰੀਵਾਲ ਦਾ ਸਬੰਧ ਹੈ ਜੀ, ਉਹ ਇੱਕ ਵਕਤ ਆਇਆ, ਸਮਾਂ ਆਇਆ ਕਿ ਜਿਹਦੇ ਵਿੱਚ ਉਹਨਾਂ ਨੂੰ ਮੌਕਾ ਮਿਲ ਗਿਆ ਸਿਆਸਤ ਦੇ ਵਿੱਚ ਆਉਣ ਦਾ। ਪਰ ਬੇਸਿਕਲੀ ਉਹ ਸਿਆਸੀ ਆਦਮੀ ਨਹੀਂ ਹੈਗੇ, ਉਹ ਬਿਊਰੋਕਰੇਟ ਨੇ। ਇਹ ਗਿੱਲ ਸਾਹਿਬ ਮੰਨੀ ਪਰਮੰਨੀ ਗੱਲ ਆ ਵੀ ਜਿਹੜੇ ਬਿਊਰੋਕ੍ਰੇਸੀ ਦੇ ਵਿੱਚ ਰਹੇ ਆ ਨਾ, ਅਫਸਰਸ਼ਾਹੀ 'ਚ ਰਹੇ ਆ, ਉਹ IRS ਅਫਸਰ ਨੇ। ਉਹ ਅਜੇ ਵੀ IRS ਹੀ ਸਮਝਦੇ ਆਪਣੇ ਆਪ ਨੂੰ, ਉਹ ਪੋਲੀਟੀਕਲ ਬੰਦਾ ਨਹੀਂ ਗੇ ਸਮਝਦੇ। ਤੇ ਇਹ ਬਹੁਤੇ ਜਿਹੜੇ ਆ ਨਾ ਜੀ, ਮੇਰੀ ਨਿਗਾਹ ਦੇ ਵਿੱਚ ਕੋਈ ਘੱਟ ਹੀ ਆ ਜਿਹੜਾ ਅਫਸਰਸ਼ਾਹੀ 'ਚ ਆਇਆ ਹੋਏ ਤੇ ਸਿਆਸਤ ਦੇ ਵਿੱਚ ਕਾਮਯਾਬ ਹੋਇਆ ਹੋਵੇ, ਕਿਉਂਕਿ ਉਹਨਾਂ ਨੇ ਰਾਜ ਕੀਤਾ ਹੁੰਦਾ, ਉਹਨਾਂ ਨੇ ਸਿਟ ਡਾਊਨ ਸਟੈਂਡ ਅਪ ਕਿਹਾ ਹੁੰਦਾ ਲੋਕਾਂ ਨੂੰ, ਤੇ ਉਹ ਕਿਸੇ ਦੀ ਗੱਲ ਸੁਣਨ ਲਈ ਤਿਆਰ ਵੀ ਨਹੀਂ ਹੁੰਦੇ। ਜਿਹਦੀ ਸਭ ਤੋਂ ਉੱਗੀ ਉਦਾਹਰਨ ਇਹ ਹੈਗੀ ਆ ਕਿ ਹਰਿੰਦਰ ਸਿੰਘ ਖਾਲਸਾ ਜਿਹੜੇ ਇੰਡੀਅਨ ਫੋਰਨ ਸਰਵਿਸ ਦੇ ਵਿੱਚ ਸੀਗੇ, ਉਹ ਅਕਾਲੀਆਂ ਦੇ ਵੱਲੋਂ ਵੀ ਬਣ ਗਏ ਸੀਗੇ ਪਾਰਲੀਮੈਂਟ ਦੇ ਮੈਂਬਰ ਬਠਿੰਡੇ ਤੋਂ। ਤੇ ਉਹ ਨਾ ਕੋਈ ਉਹਨਾਂ ਨੂੰ ਮਿਲਣ ਗਿਆ ਤੇ ਉਹਨੇ ਕਿਹਾ ਵੀ ਬਾਈ ਜੀ, ਉਹ ਕਹਿੰਦਾ ਮੈਨੂੰ ਬਾਈ ਜੀ ਨਹੀਂ ਕਹਿਣਾ, ਮੈਂ ਪਾਰਲੀਮੈਂਟ ਦਾ ਮੈਂਬਰ ਹੈ। ਉਹ ਕਹਿੰਦੇ ਨੇ ਮੈਨੂੰ ਸਰ ਜੀ ਕਹੋ, ਜਨਾਬ ਕਹੋ, ਸਰ ਕਹੋ, ਪਾਰਲੀਮੈਂਟ ਦਾ ਮੈਂਬਰ ਹੈ, ਮੈਨੂੰ ਵਗੈਰਾ ਵਗੈਰਾ। ਇਹੀ ਹਾਲ ਕੇਜਰੀਵਾਲ ਦਾ। ਔਰ ਕੇਜਰੀਵਾਲ ਨੂੰ ਜਿੱਦਾਂ ਸੀਗਾ ਨਾ, ਮਤਲਬ ਆਮ ਆਦਮੀ ਪਾਰਟੀ ਦਾ ਉਭਾਰ ਹੋਣ ਕਰਕੇ ਲੋਕਾਂ ਦੇ ਵਿੱਚ ਤਾਂ ਇਹ ਸੀਗਾ ਕਿ ਪਹਿਲੀਆਂ ਪਾਰਟੀਆਂ ਕੁਝ ਨਹੀਂ ਕਰ ਰਹੀਆਂ ਤੇ ਨਵੀਂ ਪਾਰਟੀ ਆਈ ਹੈ, ਪਤਾ ਨਹੀਂ ਕੀ ਕਰੂਗੀ। ਤੇ ਉਹ ਹੋਇਆ ਉਹਦਾ ਹਾਲ ਹੈ ਬਈ ਪੈਰ ਹੇਠ ਬਟੇਰਾ ਆ ਗਿਆ, ਤੇ ਹੁਣ ਉਹਨੂੰ ਲੱਗਣ ਲੱਗ ਪਿਆ ਵੀ ਹੁਣ ਤਾਂ ਮੈਂ ਬਹੁਤ ਦੁਨੀਆ 'ਚ ਸਿਆਣਾ ਸਿਆਸਤਦਾਨ ਬਣ ਗਿਆ। ਪਿਛਲੀ ਵਾਰੀ ਵੀ ਇਹਨੇ ਗਲਤੀ ਕੀਤੀ ਸੀਗੀ। ਨੰਬਰ 1 ਤਾਂ CM ਦਾ ਕੋਈ ਚਿਹਰਾ ਜਿਹੜਾ ਉਹ ਨਹੀਂ ਸਾਹਮਣੇ ਲਿਆਂਦਾ ਸੀਗਾ, ਜਦੋਂ ਕਿ ਦੂਜੀਆਂ ਪਾਰਟੀਆਂ ਨੇ ਲਿਆਂਦੇ ਸੀਗੇ। ਫਿਰ ਇਹ ਇੱਕ ਬਹੁਤ ਵੱਡੇ ਅੱਤਵਾਦੀ ਕਹੇ ਜਾਂਦੇ ਬੰਦੇ ਦੇ ਘਰ ਜਾ ਕੇ ਰਹਿਣ ਲੱਗ ਪਿਆ, ਉੱਥੋਂ ਵੀ ਐਕਸਪੋਜ਼ ਹੋ ਗਿਆ। ਹੁਣ ਕਿੰਨੇ ਚਿਰ ਦੇ ਕਹੀ ਜਾਂਦਾ ਵੀ ਅਸੀਂ ਨਾ ਇੱਕ ਸਿੱਖ ਚਿਹਰਾ ਦੇਵਾਂਗੇ, ਸਿੱਖ ਚਿਹਰਾ, ਕਿਉਂਕਿ ਇਹਨੂੰ ਕਿਸੇ ਨੇ ਕਹਿ ਦਿੱਤਾ ਵੀ ਪੰਜਾਬ ਦੇ ਵਿੱਚ ਗੈਰ ਸਿੱਖ ਜਿਹੜਾ ਹੈ ਨਾ, ਉਹ ਲੀਡਰ ਜਿਹੜਾ ਪ੍ਰਵਾਨ ਨਹੀਂ ਹੋ ਸਕਦਾ। ਤੋਂ ਪਹਿਲਾਂ ਤਾਂ ਇਹਨੇ ਉਹ ਜਿਹੜੀ ਪਿਛਲੀ ਵਾਰੀ ਤਜਰਬੇ ਕੀਤੇ ਸੀਗੇ, ਬੰਦੇ ਭੇਜੇ ਪੰਜਾਬ, ਉਹਨਾਂ ਨੇ ਹਰ ਕਿਸਮ ਦੀ ਕਰਪਸ਼ਨ ਜਿਹੜੀ ਆ ਉਹ ਕੀਤੀ ਆ ਔਰ ਪਾਰਟੀ ਨੂੰ ਬਦਨਾਮ ਕਰ ਦਿੱਤਾ, ਜਿਹਦਾ ਨਤੀਜਾ ਇਹ ਨਿਕਲਿਆ ਕਿ ਦੁਨੀਆ ਭਰ ਦੇ ਵਿੱਚ ਇਹ ਗੱਲ ਹੋ ਗਈ ਸੀਗੀ ਕਲੀਅਰ ਕਿ ਵੀ ਯਾਰਕਾਂ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਬਣ ਜਾਣੀ ਆ। ਤੇ ਉਹ ਗਵਰਨਮੈਂਟ ਬਣਦੀ 20 ਤੇ ਰਹਿ ਗਏ। ਅੱਛਾ, ਉਹਨਾਂ 20 ਨੂੰ ਵੀ ਇਕੱਠੇ ਨਹੀਂ ਰੱਖ ਸਕੇ, ਉਹਨਾਂ 20 ਚੋਂ ਵੀ MLA ਦਾ ਕੰਮ ਉਹਨਾਂ ਕੋਲ ਕਿਸੇ ਕੋਲ ਵੀ ਨਹੀਂ ਲੈ ਸਕੇ। ਤੇ ਹੁਣ ਵੀ ਅੱਕੀ ਪਲਾਈ ਹੱਥ ਮਾਰਦੇ ਆ, ਕਦੀ ਤੇ ਉਹ ਆਦੇਸ਼ ਪ੍ਰਤਾਪ ਕੈਰੂ ਦੀ ਗੱਲ ਕਰਦੇ ਆ, ਕਦੀ SPS ਉਬਰਾਏ ਦੀ ਗੱਲ ਕਰਦੇ ਆ, ਤੇ ਹੁਣ ਲਾ ਪਾ ਕੇ ਤੇ ਸੇਖਵਾਂ ਵਾਲੇ ਪਾਸੇ ਨੂੰ ਗਏ ਆ। ਨਾਲੇ ਦੇਖੋ ਜੀ ਗਿੱਲ ਸਾਹਿਬ, ਇਹ ਪਾਰਟੀ ਜਦੋਂ ਬਣ ਗਈ ਆ 14 ਦੀ ਜਿਹੜੀ ਚੋਣ ਆ, ਉਦੋਂ ਪਾਰਟੀ ਬਣ ਗਈ ਆ, ਪੰਜਾਬ ਤੋਂ 4 MP ਲੈ ਕੇ ਗਈ ਆ, 25% ਵੋਟਾਂ ਲੈ ਕੇ ਗਈ ਆ। ਉਦੋਂ ਤੋਂ ਲੈ ਕੇ ਹੁਣ ਤੱਕ ਜੇ ਲੱਗੇ ਹੁੰਦੇ ਤਾਂ ਕੋਈ ਨਾ ਕੋਈ ਲੀਡਰ ਆਪੇ ਮਰਜ ਹੋ ਜਾਣਾ ਸੀਗਾ। ਤੇ ਇਹ ਕਿਸੇ ਨੂੰ ਉੱਥੇ ਲਾਗੇ ਤਾਂ ਲੱਗਣ ਨਹੀਂ ਦਿੰਦੇ, ਲੀਡਰ ਕੀ ਅਮਰਜ ਹੋਣਾ ਹੈਗਾ। ਭਗਵੰਤ ਮਾਨ ਇਸ ਵੇਲੇ ਭਾਵੇਂ ਬੇਸ਼ੱਕ ਨਿਰਾਸ਼ਾ 'ਚ ਹੋਵੇ, ਪਰ ਆਮ ਆਦਮੀ ਪਾਰਟੀ ਲਈ ਕੋਈ ਬਹੁਤੇ ਨੇਕ ਕੰਮ ਜਿਹੜੇ ਨਾ ਭਗਵੰਤ ਮਾਨ ਨੇ ਵੀ ਨਹੀਂ ਕੀਤੇ। ਕਿਹਾ ਜਾਂਦਾ ਆ ਬਈ ਮਨਪ੍ਰੀਤ ਬਾਦਲ ਨੂੰ ਵੀ ਨਹੀਂ ਇਹਨੇ ਆਉਣ ਦਿੱਤਾ ਆਮ ਪਾਰਟੀ ਦੇ ਵਿੱਚ, ਪ੍ਰਗਟ ਸਿੰਘ ਨੂੰ ਨਹੀਂ ਆਉਣ ਦਿੱਤਾ, ਨਵਜੋਤ ਸਿੱਧੂ ਨੂੰ ਨਹੀਂ ਆਉਣ ਦਿੱਤਾ, ਔਰ ਹਰ ਉਸ ਬੰਦੇ ਨੂੰ ਨਹੀਂ ਆਉਣ ਦਿੱਤਾ ਜਿਹਦੇ ਬਾਰੇ ਇਹਨੂੰ ਇਹ ਲੱਗਦਾ ਸੀਗਾ ਕਿ ਇਹ ਮੇਰੇ ਤੋਂ ਵੱਡਾ ਲੀਡਰ ਹੋਊਗਾ। ਸੋ ਇਸ ਵੇਲੇ ਹੁਣ
ਕਿਆਸਰਾਈਆਂ ਇਹੋ ਹੀ ਲੱਗਦੀਆਂ ਆ ਕਿ ਇੱਕ ਦਿਨ ਦੇ ਵਿੱਚ ਤਾਂ ਸੇਵਾ ਸਿੰਘ ਸੇਖਵਾਂ ਬਿਮਾਰ ਨਹੀਂ ਹੋਏ ਹੋਣੇ, ਜੇ ਬਿਮਾਰ ਵੀ ਹੋਣਗੇ ਤੇ ਪਹਿਲਾਂ ਦੇ ਹੀ ਹੋਣਗੇ। ਤੇ ਹੁਣ ਖਬਰ ਲੈਣ ਦਾ ਚੇਤਾ ਕਿੱਦਾਂ ਆ ਗਿਆ ਇੱਕਦਮ, ਤੇ ਇਹ ਵੀ ਇੱਕਦਮ ਕਿੱਦਾਂ ਚੇਤਾ ਆ ਗਿਆ ਕਿ ਬਈ ਇੱਕ ਸਿੱਖ ਚਿਹਰਾ ਇਹ ਬਣ ਸਕਦਾ। ਲੋਕੀ ਇਹ ਕਿਆਸਰਾਈਆਂ ਲਾਉਂਦੇ ਆ ਵੀ ਉਹ ਸੇਵਾ ਸਿੰਘ ਸੇਖਵਾਂ ਕੋ ਇਸ ਕਰਕੇ ਗਏ ਆ ਕਿ ਉਹਨੂੰ ਅਸੀਂ ਸੀਐਮ ਦਾ ਸਿੱਖ ਚਿਹਰਾ ਪ੍ਰੋਜੈਕਟ ਕਰਾਂਗੇ, ਜਿਹੜੀ ਕਿ ਉਹਨਾਂ ਦੀ ਬਿਲਕੁਲ ਮਿਸਕੈਲਕੂਲੇਸ਼ਨ ਆ। ਬਿਲਕੁਲ ਜੇ ਵੇਖਿਆ ਜਾਵੇ ਤੇ ਸੁੱਚਾ ਸਿੰਘ ਛੋਟੇਪੁਰ ਜਿਹੜਾ ਆ ਨਾ, ਜਿਹਨੂੰ ਇਹਨਾਂ ਨੇ ਪਾਰਟੀ ਪ੍ਰਧਾਨਗੀ ਤੋਂ ਹਟਾਤਾ ਸੀਗਾ, ਉਹ ਸੇਵਾ ਸਿੰਘ ਸੇਖਵਾਂ ਨਾਲੋਂ ਕਿਤੇ ਜ਼ਿਆਦਾ ਇਫੈਕਟਿਵ ਸੀਗਾ। ਔਰ ਸੇਵਾ ਸਿੰਘ ਸੇਖਵਾਂ ਪਰਸਨੈਲਿਟੀ ਦੇ ਤੌਰ ਤੇ ਵੀ ਇੱਕ ਭਲੇ ਲੋਕ ਜਿਹੇ ਆਦਮੀ ਹੈਗੇ ਆ, ਔਰ ਉਹ ਵੀ ਆਪਣੇ ਬਾਪੂ ਸਵਰਗੇ ਉਜਾਗਰ ਸਿੰਘ ਸੇਖਵਾਂ ਹੋਰਾਂ ਕਰਕੇ ਇੱਥੇ ਪਹੁੰਚੇ ਆ। ਔਰ ਉਹਨਾਂ ਬਾਰੇ ਵੀ ਇਹ ਕਿਹਾ ਜਾਂਦਾ ਆ ਕਿ ਉਹਨਾਂ ਨੇ ਮੰਤਰੀ ਰਹਿੰਦੇ ਹੋਏ ਸਾਰੇ ਉਹ ਕੰਮ ਕੀਤੇ ਆ ਜਿਹੜੇ ਇਹਨਾਂ ਸਰਕਾਰਾਂ ਦੇ ਮੰਤਰੀ ਕਰਦੇ ਹੁੰਦੇ ਆ। ਸੋ ਇਸ ਕਰਕੇ ਇਹ ਕੇਜਰੀਵਾਲ ਦੀ ਜਿਹੜੀ ਹੈ ਨਾ ਜੀ, ਮੈਨੂੰ ਲੱਗਦਾ ਇਹ ਆ ਵੀ ਜਿੱਦਾਂ ਸਿੱਧੂ ਸਾਹਿਬ ਤੇ ਕੈਪਟਨ ਅਮਰਿੰਦਰ ਸਿੰਘ ਲੱਗੇ ਆ ਨਾ ਵੀ ਕਾਂਗਰਸ ਨੂੰ ਖਤਮ ਕਰਨ ਤੋਂ ਬਿਨਾਂ ਹੀ ਸਾਹ ਨਹੀਂ ਲੈਣਾ, ਇਹਨੂੰ ਖਤਮ ਕਰਕੇ ਹੀ ਛੱਡਾਂਗੇ, ਇਦਾਂ ਹੀ ਕੇਜਰੀਵਾਲ ਸਾਹਿਬ ਵੀ ਲੱਗੇ ਆ ਵੀ ਆਮ ਆਦਮੀ ਪਾਰਟੀ ਜਿਹੜੀ ਆ ਨਾ, ਹੋਵੇ ਨਾ ਵੀ ਇਹ ਕਿਤੇ ਪਾਰਟੀ ਦੇ ਤੌਰ ਤੇ ਰਹਿ ਜਾਵੇ, ਇਹਨੂੰ ਖਤਮ ਹੀ ਕਰਕੇ ਛੱਡਾਂਗੇ। ਸੋ ਇਹ ਮੈਨੂੰ ਤਾਂ ਲੱਗਦਾ ਇਹ ਆ ਵੀ ਬੜੀ ਉਹਨਾਂ ਦੀ ਇਮੈਚੁਰਿਟੀ ਆ, ਬਹੁਤ ਮਿਸਕੈਲਕੂਲੇਸ਼ਨਾਂ ਆ। ਇਹ ਠੀਕ ਹੈ ਬਈ ਦਿੱਲੀ ਦੇ ਵਿੱਚ ਕੁਝ ਕੰਮ ਉਹਨਾਂ ਨੇ ਵਧੀਆ ਕਰ ਲਏ ਆ, ਐਜੂਕੇਸ਼ਨ ਦਾ ਕੰਮ ਕੀਤਾ, ਹੈਲਥ ਦਾ ਕੀਤਾ, ਉਹ ਡਿਨਾਈ ਨਹੀਂ ਕੀਤਾ ਜਾ ਸਕਦਾ, ਪਰ ਉਹ ਪੰਜਾਬ ਦੇ ਵਿੱਚ ਵਰਕ ਨਹੀਂ ਕਰਨਾ। ਪੰਜਾਬ ਦੇ ਵਿੱਚ ਕਿਉਂਕਿ ਉਹ ਬੇਸਿਕਲੀ ਹਰਿਆਣਵੀ ਨੇ, ਹਰਿਆਣਵੀ ਦੇ ਵਿੱਚ ਵੀ ਗਾਂ ਫਿਰ ਉਹ ਬਾਣੀਏ ਹੈਗੇ ਆ, ਬਾਣੀਆ ਕਮਿਊਨਿਟੀ ਚੋਂ। ਸੋ ਇਸ ਕਰਕੇ ਉਹ ਪੰਜਾਬ ਦੀ ਸਿਆਸਤ ਨੂੰ, ਪੰਜਾਬ ਦੇ ਇਤਿਹਾਸ ਨੂੰ, ਸੱਭਿਆਚਾਰ ਨੂੰ ਸਮਝਣ ਵਿੱਚ ਅਸਮਰੱਥ ਨੇ। ਇਸ ਕਰਕੇ ਉਹਨਾਂ ਤੋਂ ਗਿੱਲ ਸਾਹਿਬ ਕੋਈ ਆਸ ਨਹੀਂ ਰੱਖੀ ਜਾ ਸਕਦੀ। ਪਲੀਜ਼। ਵੈਸੇ ਕਾਲੂ ਸਾਹਿਬ, ਮੈਂ ਤੁਹਾਨੂੰ ਕੋਈ ਨਿੱਜੀ ਤੌਰ ਤੇ ਪੁੱਛਦਾ ਕੁਐਸਚਨ ਕਿ ਸੀਐਮ ਬਣਨ ਲਈ ਕੀ ਕੋਈ ਵਿਅਕਤੀ ਜਿਹੜਾ ਆ ਉਹਦੀ ਕਾਬਲੀਅਤ ਵੇਖਣੀ ਜ਼ਰੂਰੀ ਹੁੰਦੀ ਆ, ਜਾਂ ਉਹਦੀ ਸੀਨੀਅਰਟੀ ਵੇਖਣੀ ਜ਼ਰੂਰੀ ਹੁੰਦੀ ਆ ਕਿ ਉਹ ਬੰਦਾ ਜੀ 2 ਵਾਰੀ ਐਮਪੀ ਰਿਹਾ, 3 ਵਾਰੀ ਐਮਪੀ ਰਿਹਾ, ਜਾਂ ਉਹਦੇ ਵਿੱਚ ਕੋਈ ਨੈਚੁਰਲ ਟੈਲੈਂਟ ਵੀ ਹੋਣਾ ਚਾਹੀਦਾ, ਜਾਂ ਕੋਈ ਐਡਮਿਨਿਸਟ੍ਰੇਸ਼ਨ ਦਾ ਤਜਰਬਾ ਵੀ ਹੋਣਾ ਚਾਹੀਦਾ, ਜਾਂ ਉਹਦੇ ਵਿੱਚ ਕੋਈ ਕਾਬਲੀਅਤ ਇਸ ਤਰ੍ਹਾਂ ਦੇ ਗੁਣ ਹੋਣ ਬਾਈ ਬਰਥੀ ਹੋਣ। ਮੰਨ ਲਿਆ ਜਾਂਦਾ ਕਈ ਵਾਰ ਕਿ ਸਿਆਸੀ ਘਰਾਂ ਤੋਂ ਉੱਠੇ ਲੋਕ ਬਾਈ ਬਰਥੀ ਸਿਆਸੀ ਹੁੰਦੇ ਨੇ, ਤੇ ਇਸ ਤਰ੍ਹਾਂ ਦਾ ਉਹਨਾਂ ਦਾ ਕੈਲੀਬਰ ਵੀ ਹੁੰਦਾ ਆ ਕਿ ਉਹ ਚੀਜ਼ਾਂ ਨੂੰ ਉਹ ਹੋਰ ਨਜ਼ਰੀਏ ਨਾਲ ਵੇਖਦੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਕੋਈ ਚਿਹਰਾ ਕੇਜਰੀਵਾਲ ਨੂੰ ਲੈ ਕੇ ਆਉਣਾ ਚਾਹੀਦਾ ਕਿ ਉਹ ਕਿਤੇ ਨਾ ਕਿਤੇ ਆਪਣੀ ਹੋਂਦ ਪੰਜਾਬ 'ਚ ਦਿਖਾ ਸਕਣ? ਇਸ ਵੇਲੇ ਤੇ ਲੱਗਦਾ 20 ਤੋਂ 2 ਤੇ ਰਹਿ ਗਈ ਗੱਲ। 2 ਤੇ ਕਿੱਦਾਂ? 20 ਲੈ ਕੇ ਗਏ ਸੀ ਪਿਛਲੀ ਵਾਰ, ਹੁਣ 2 ਵੀ ਸ਼ਾਇਦ ਹੀ ਲੈ ਕੇ ਜਾਣ। ਲੋਕ ਇਹ ਕਿਆਸਰਾਈਆਂ ਕਰ ਰਹੇ ਆ, ਜੇ ਇਦਾਂ ਹੀ ਚੱਲਦਾ ਰਿਹਾ ਕਿ 2 ਤੋਂ 5 ਤੱਕ ਉਹਨਾਂ ਦੀ ਗਿਣਤੀ। ਇਹ ਬਿਲਕੁਲ ਗੱਲ ਠੀਕ ਹੈਗੀ ਆ ਜੀ ਕਿ ਦੇਖੋ, ਚੀਫ ਮਿਨਿਸਟਰ ਬਣਨ ਵਾਸਤੇ ਨਾ ਤਾਂ ਕੋਈ ਉਮਰ ਦਾ ਕ੍ਰਾਈਟੇਰੀਆ ਰੱਖਿਆ ਜਾ ਸਕਦਾ ਹੈ, ਪਰ ਫਿਰ ਵੀ ਇਹ ਜ਼ਰੂਰ ਆ ਕਿ ਉਹਨੂੰ ਸੂਝ ਸਮਝ ਜਿਹੜੀ ਆ ਨਾ, ਉਹ ਆਪਣੇ ਸੂਬੇ ਬਾਰੇ, ਆਪਣੇ ਲੋਕਾਂ ਬਾਰੇ। ਪੰਜਾਬ ਦੇ ਕੰਟੈਕਸਟ 'ਚ ਆਪਾਂ ਗੱਲ ਕਰ ਰਹੇ ਹਾਂ ਕਿ ਜਿਹਨੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਆ, ਉਹ ਪਹਿਲੀ ਗੱਲ ਤਾਂ ਪੰਜਾਬੀ ਹੋਣਾ ਚਾਹੀਦਾ ਆ। ਉਹਨੂੰ ਪੰਜਾਬ ਦਾ ਇਤਿਹਾਸ, ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਰਾਜਨੀਤੀ, ਪੰਜਾਬ ਦੀਆਂ ਸਮੱਸਿਆਵਾਂ ਦੇ ਜਿਹੜੇ ਹੱਲ ਹੈਗੇ ਆ, ਉਹਨੂੰ ਪਤਾ ਹੋਣਾ ਚਾਹੀਦਾ ਵੀ ਉਹ ਕੀ ਹੋ ਸਕਦੇ ਆ। ਇੱਕ ਤਾਂ ਉਹਦੇ ਵਿੱਚ ਇਹ ਗੁਣ ਹੋਣਾ ਚਾਹੀਦਾ। ਦੂਜਾ ਇਹ ਆ ਕਿ ਉਹਦੇ ਵਿੱਚ ਇਹ ਗੁਣ ਹੋਣਾ ਚਾਹੀਦਾ ਕਿ ਉਹ ਆਪਣੇ ਆਪ ਨੂੰ ਇੱਕ ਪਾਰਟੀ ਦਾ ਲੀਡਰ ਸਮਝਣ ਦੀ ਬਜਾਏ ਇੱਕ ਸੂਬੇ ਦਾ ਲੀਡਰ ਸਮਝੇ ਕਿ ਮੈਂ ਪੰਜਾਬ ਦਾ ਲੀਡਰ ਹਾਂ। ਬੇਸ਼ੱਕ ਮੈਨੂੰ ਫਲਾਣੀ ਪਾਰਟੀ ਜਿਹੜੀ ਹੈਗੀ ਆ, ਜਿੱਦਾਂ ਹੁਣ ਆਮ ਆਦਮੀ ਪਾਰਟੀ ਆ, ਬਈ ਇਹਨੇ ਮੈਨੂੰ ਮੁੱਖ ਮੰਤਰੀ ਬਣਾਉਣਾ ਆ, ਪਰੰਤੂ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਮਸਲੇ ਜਿਹੜੇ ਆ, ਮੈਂ ਪੰਜਾਬ ਦੇ ਲੋਕਾਂ ਦਾ ਮੁੱਖ ਮੰਤਰੀ ਆ। ਇੱਕ ਗੱਲ। ਦੂਜੀ ਗੱਲ, ਉਹਦਾ ਪ੍ਰਭਾਵ ਜਿਹੜਾ ਉਹ ਸੰਜੀਦਾ ਹੋਣਾ ਚਾਹੀਦਾ ਹੈ ਕਿ ਇਹਦੇ ਵਿੱਚ ਸੀਰੀਅਸਨੈਸ ਹੈਗੀ ਆ। ਉਹਦੇ ਹਿਸਾਬ ਨਾਲ ਜੇ ਤੁਸੀਂ ਕਹਾਉਣਾ ਚਾਹੁੰਦੇ ਜੇ ਤੇ ਨਾ ਹੀ ਨਵਜੋਤ ਸਿੰਘ ਸਿੱਧੂ ਤੇ ਨਾ ਹੀ ਭਗਵੰਤ ਮਾਨ ਜਿਹੜੇ ਆ ਉਹ ਸੀਐਮਸ਼ਿਪ ਦੇ ਕਾਬਲ ਨੇ। ਮਤਲਬ ਇਹ ਭਾਵੇਂ ਇਹਨੂੰ ਇੱਕ ਸਮਝੋ ਤੁਸੀਂ ਸਮੇਂ ਤੋਂ ਪਹਿਲਾਂ ਦੀ ਗੱਲ ਹੀ ਸਮਝ ਲਓ
ਉਹਦੇ ਵਿੱਚ ਸੰਜੀਦਗੀ ਹੋਣੀ ਜ਼ਰੂਰੀ ਹੈਗੀ ਆ, ਔਰ ਉਹਦੇ ਕੋਲ ਵਿਜ਼ਨ ਹੋਣਾ ਜ਼ਰੂਰੀ ਆ, ਉਹਦੇ ਕੋਲ ਇੱਕ ਜਿਹੜਾ ਲੈਂਗੁਏਜ ਦਾ ਹੈ ਨਾ, ਉਹਦੇ ਕੋਲ ਯਾਨੀ ਉਹ ਮਾਸਟਰ ਹੋਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਐਡਰੈਸ ਕਰਨਾ, ਉਹਦੇ 'ਚ ਫਲੈਕਸੀਬਿਲਿਟੀ ਹੋਣੀ ਚਾਹੀਦੀ ਆ ਕਿ ਉਹਨੇ ਉਹਦੀ ਸਰ ਉਹਦੀ ਸ਼ਖਸੀਅਤ ਵੀ ਇੰਨੀ ਪ੍ਰਭਾਵਸ਼ਾਲੀ ਹੋਵੇ ਕਿ ਜਿਹੜੇ ਬਿਊਰੋਕਰੇਟ ਨੇ ਜਾਂ ਹੋਰ ਲੋਕ ਨੇ ਉਹਦੀ ਗੱਲ ਸੁਣ ਸਕਣ, ਉਹਨੂੰ ਸੁਣ। ਹਾਂ, ਉਹਦੀਆਂ ਐਗਜ਼ਾਮਪਲਸ ਇਹ ਹੈਗੀਆਂ ਕਿ ਗੋਪੀਚੰਦ ਭਾਰਗੋ ਜਿਹੜੇ ਬਣੇ ਸੀਗੇ ਜਾਂ ਭੀਮ ਸਿੰਘ ਸੱਚਰ ਬਣੇ ਸੀਗੇ, ਉਹ ਆਜ਼ਾਦੀ ਦੀ ਲੜਾਈ ਦੇ ਵਿੱਚੋਂ ਰਿਸਪੈਕਟ ਕਮਾਂਡ ਕਰਕੇ ਆਏ ਸੀਗੇ। ਪ੍ਰਤਾਪ ਸਿੰਘ ਕੈਰੋਂ ਜਿਹੜਾ ਉਹ ਬਾਹਰੋਂ ਪੜ੍ਹ ਕੇ ਆਇਆ ਸੀਗਾ, ਅਕਾਲੀਆਂ ਦੀ ਔਰ ਕਾਂਗਰਸ ਦੀ ਸਿਆਸਤ, ਈਵਨ ਕਾਮਰੇਡਾਂ ਦੀ ਸਿਆਸਤ ਜਿਹੜੀ ਆ ਉਹਨੂੰ ਉਹਦਾ ਪਤਾ ਸੀਗਾ। ਤੇ ਇਸੇ ਹੀ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ, ਭਾਵੇਂ ਇਹਨੇ ਕਈ ਗੱਲਾਂ ਦੇ ਵਿੱਚ ਮਾਰ ਖਾਧੀ ਆ, ਪਰ ਫਿਰ ਵੀ ਇਹਦਾ ਜਿਹੜਾ ਗੁਣ ਹੈ ਵੀ ਇਹ ਬੜਾ ਭਲਾ ਮਾਨਸ ਆ, ਬੜਾ ਇਮਾਨਦਾਰ ਆ। ਅੱਜ ਦੀ ਗੱਲ ਨਹੀਂ ਮੈਂ ਕਰਦਾ, ਜਦੋਂ ਇਹ ਮੁੱਖ ਮੰਤਰੀ ਬਣਿਆ ਉਦੋਂ ਦੀਆਂ ਗੱਲਾਂ ਹੀ ਕਰਦੇ ਆ। ਇਸੇ ਹੀ ਤਰ੍ਹਾਂ ਜਸਟਿਸ ਗੁਰਨਾਮ ਸਿੰਘ ਜਿਹੜੇ ਆ ਬਈ ਉਹ ਇੱਕ ਜੱਜ ਰਿਟਾਇਰ ਹੋਏ ਸੀਗੇ। ਸੋ ਇਸ ਤਰੀਕੇ ਨਾਲ ਅਮਰਿੰਦਰ ਸਿੰਘ ਜਿਹੜੇ ਆ, ਇਹ ਭਾਵੇਂ ਇਹਨਾਂ ਨੇ ਕੁਝ ਕੰਮ ਘੱਟ ਕੀਤੇ ਹੋਣ, ਵੱਧ ਕੀਤੇ ਹੋਣ, ਫਿਰ ਵੀ ਇਹਨਾਂ ਦਾ ਨਾਂ ਸੀਗਾ ਕਿ ਬਈ ਇਹ ਫਲਾਣੇ ਖਾਨਦਾਨ ਚੋਂ ਆ, ਆਰਮੀ 'ਚ ਰਹੇ ਆ, ਇਹਨਾਂ ਨੇ ਇਹ ਕੀਤਾ ਉਹ ਕੀਤਾ। ਸੋ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਆ ਉਹ ਲੋਕਾਂ ਦੇ ਮਨਾਂ ਦੇ ਵਿੱਚ ਸ਼ਖਸੀਅਤ ਜਿਹੜੀ ਆ ਉਹਦਾ ਪ੍ਰਭਾਵ ਇਸ ਕਿਸਮ ਦਾ ਹੋਣਾ ਚਾਹੀਦਾ ਆ। ਸੋ ਇਹ ਮੈਂ ਸਮਝਦਾ ਵੀ ਮੋਟੀਆਂ ਗੱਲਾਂ ਆ, ਵੈਸੇ ਆਮ ਹੀ ਆਏ, ਮਤਲਬ ਕੋਈ ਵੀ ਬੰਦਾ ਇਹ ਦੱਸ। ਬਿਲਕੁਲ, ਬਹੁਤ ਵਧੀਆ ਤੁਸੀਂ ਦੱਸਿਆ ਜੀ। ਇਹ ਗੁਣ ਜਿਹੜੇ ਹੋਣੇ ਇੱਕ ਲੀਡਰ 'ਚ ਬਹੁਤ ਜ਼ਰੂਰੀ ਆ, ਲੋਕਾਂ ਦੀ ਗੱਲ ਨੂੰ ਸਮਝਣਾ, ਲੋਕਾਂ ਨੂੰ ਮੇਲ ਗੇਲ ਉਹਦਾ, ਲੋਕਾਂ ਦੇ ਨਾਲ ਗੱਲਬਾਤ ਦਾ ਉਹਦਾ ਲਹਿਜਾ, ਔਰ ਲੋਕਾਂ 'ਚ ਵਿਚਰਨ ਦਾ ਤਰੀਕਾ, ਉਹਦਾ ਪਹਿਰਾਵਾ, ਉਹਦੀ ਬੋਲੀ, ਉਹਦਾ ਹਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਾਊਂਟ ਕਰਦੀਆਂ ਨੇ ਜੀ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਬਣਨ ਲਈ। ਇਕੱਲਾ MP ਬਣ ਜਾਣਾ ਜਾਂ ਕਿਸੇ ਤਰੀਕੇ ਨਾਲ ਇਸ ਤਰ੍ਹਾਂ ਲੀਡਰਸ਼ਿਪ ਮਿਲ ਜਾਣੀ, ਜਿਹਨੂੰ ਤੁਸੀਂ ਪੈਰ ਹੇਠਾਂ ਬਟੇਰਾ ਕਿਹਾ ਸੀਗਾ ਸ਼ੁਰੂ 'ਚ, ਤੇ ਹੁਣ ਤੇ ਬਟੇਰੇ ਦਾ ਮਾਸ ਮੂਸ ਹੈ ਨੀਗਾ, ਤੇ ਹੱਡੀਆਂ ਵੀ ਉਹਦੀਆਂ ਚਾਰ ਕੀ ਹੁੰਦੀਆਂ, ਤੇ ਉਹ ਚੋਂ ਕੀ ਨਿਕਲਣਾ। ਬਹੁਤ ਬਹੁਤ ਤੁਹਾਡਾ ਧੰਨਵਾਦ ਕਾਲੂ ਸਾਹਿਬ, ਸਮਾਂ ਆਪਣਾ ਹੋ ਗਿਆ। ਸੁਸ਼ੀਲ ਦਸਾਂਝ ਆਪਾਂ ਨੂੰ ਉਡੀਕਦੇ ਹੋਣਗੇ, ਤੇ ਆਪਾਂ ਦੂਜੇ ਪ੍ਰੋਗਰਾਮ ਲਈ ਚੱਲਦੇ ਹਾਂ। ਕਿਸਾਨਾਂ ਦੀਆਂ ਖਬਰਾਂ ਸੀਗੀਆਂ, ਉਹ ਮੈਂ ਸੁਸ਼ੀਲ ਰਾਣਾ ਕਰਾਂਗਾ ਸਾਂਝੀਆਂ। ਬਹੁਤ ਤੁਹਾਡਾ ਸ਼ੁਕਰੀਆ ਜੀ। ਬਹੁਤ ਮਿਹਰਬਾਨੀ, ਸ਼ੁਕਰੀਆ। ਥੈਂਕ ਯੂ ਸਰ।